ਇੰਡੀਅਨ ਔਰਤਾਂ ਦੇ ਲਈ ਖਾਸ ਕਰਕੇ ਉਹਨਾਂ ਨੇ ਕੰਮਕਾਜ ਕੀਤਾ। ਇੰਡੀਅਨ ਮਹਿਲਾ ਐਸੋਸੀਏਸ਼ਨ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਵੈਂਕੂਵਰ ਦੇ ਵਿੱਚ ਉਹਨਾਂ ਨੇ ਕਾਫੀ ਕੰਮਕਾਜ ਕੀਤਾ, ਫਾਊਂਡਰ ਮੈਂਬਰ ਨੇ। ਮੈਮ ਉੱਥੇ ਮਹਿਲਾਵਾਂ ਨੂੰ ਵੀ ਲੋੜ ਪੈਂਦੀ ਹੈ ਐਸੋਸੀਏਸ਼ਨਸ ਦੀ, ਯੂਨੀਅਨਸ ਦੀ? ਕੋਈ ਇੱਦਾਂ ਦੀ ਜਗ੍ਹਾ ਨਹੀਂ ਗੀ ਜਿੱਥੇ ਅਜੇ ਔਰਤਾਂ ਨੂੰ ਆਪਣੀ ਜੱਦੋਜਹਿਦ ਕਰਨ ਵਾਸਤੇ ਆਰਗੇਨਾਈਜੇਸ਼ਨਸ ਦੀ ਨਾਲ ਲੋੜ ਹੋਵੇ। ਪਤੀਆਂ ਤੋਂ ਜਿਹੜੀ ਉਹਨਾਂ ਨੂੰ ਯਾਤਨਾਵਾਂ ਦਿੱਤੀਆਂ ਜਾਂਦੀਆਂ ਹੈ, ਪਤੀ ਤੋਂ, ਹਸਬੈਂਡ ਤੋਂ ਕਾਫੀ ਜ਼ਿਆਦਾ ਐਟਰੋਸਿਟੀਜ਼ ਜਿਹੜੀਆਂ ਹਨ ਉਹ ਮਾਮਲੇ ਜ਼ਿਆਦਾ ਆਉਂਦੇ ਨੇ। ਜਾਂ ਫਿਰ ਫੀਮੇਲ ਫਿਟੀਸਾਈਡ, ਇਹ ਵੀ ਇੱਕ ਮਾਮਲਾ ਆਪਣੇ ਆਪ ਦੇ ਵਿੱਚ ਹੈਗਾ, ਬਹੁਤ ਜ਼ਿਆਦਾ ਹੈਗਾ ਇੱਥੇ। ਔਰ ਇਸ ਤਰ੍ਹਾਂ ਦੀ ਕਈ ਚੀਜ਼ਾਂ ਨੇ। ਜਾਂ ਫਿਰ ਅਬਿਊਜ਼, ਰੇਪਸ। ਮੈਂ ਉੱਥੇ 1970 'ਚ ਗਈ ਸੀਗੀ ਔਰ ਮੇਰੇ ਦੇਖਣ ਵਿੱਚ ਆਇਆ ਵੀ ਜਿੰਨੀਆਂ ਵੀ 3-4-5 ਆਰਗੇਨਾਈਜੇਸ਼ਨਸ ਉੱਥੇ ਕਮਿਊਨਿਟੀ ਵਿੱਚ ਸੀਗੀਆਂ, ਉਹਨਾਂ ਸਾਰਿਆਂ ਦੇ ਵਿੱਚ ਐਗਜ਼ੈਕਟਿਵਸ ਦੇ ਉੱਤੇ ਆਦਮੀ ਹੁੰਦੇ ਸੀਗੇ ਔਰ ਕੋਈ ਔਰਤਾਂ ਨਹੀਂ ਸੀ ਦਿਖਾਈ ਦਿੰਦੀਆਂ। ਇੱਦਾਂ ਦੇ ਇਨਸੀਡੈਂਟ ਸੀ ਜਿੱਥੇ ਕੁਝ ਔਰਤਾਂ ਨੇ ਸੁਸਾਈਡ ਕਮਿਟ ਕੀਤਾ, ਕੁਝ ਔਰਤਾਂ ਦੇ ਮਰਡਰਸ ਹੋਏ ਸੀਗੇ। ਇਸ ਕਿਸਮ ਦੀਆਂ ਚੀਜ਼ਾਂ ਦੇਖ ਕੇ ਸਾਨੂੰ ਇਹ ਲੱਗਾ ਕਿ ਇੱਥੇ ਔਰਤਾਂ ਦੀ ਆਵਾਜ਼ ਜਿਹੜੀ ਆ ਉਹ ਕੋਈ ਕਿਸਮ ਦੀ ਆਰਗੇਨਾਈਜ਼ਡ ਆਵਾਜ਼ ਹੈ ਨਹੀਂ, ਉਹਨਾਂ ਦੇ ਹੱਕਾਂ ਵਾਸਤੇ ਬੋਲਣ ਵਾਸਤੇ ਕੋਈ ਆਰਗੇਨਾਈਜ਼ਡ ਆਵਾਜ਼ ਹੈ ਨਹੀਂ ਗੀ। 1972 ਤੋਂ ਡਿਸਕਸ਼ਨ ਸ਼ੁਰੂ ਕਰਤੀਆਂ ਸੀਗੀਆਂ, ਪਰ 73 ਵਿੱਚ ਆਫੀਸ਼ੀਅਲੀ ਅਸੀਂ ਫਿਰ ਜਥੇਬੰਦੀ ਆਪਣੀ ਖੜੀ ਕਰ ਲਈ। ਤਾਂ ਜਦੋਂ ਹਸਬੈਂਡਸ ਨੂੰ ਪਤਾ ਲੱਗਦਾ ਸੀਗਾ, ਸਾਰੇ ਫਿਰ ਦੇਖਦੇ ਸੀਗੇ ਵੀ ਇਹ ਔਰਤਾਂ ਦੀਆਂ ਮਦਦ ਕਰਦੀਆਂ, ਤੇ ਸਾਡੀ ਆਪਣੀ ਵੀ ਲਾਈਫ ਜਿਹੜੀ ਆ ਥ੍ਰੈਟਸ ਆਉਣ ਲੱਗ ਪਈਆਂ ਸਾਨੂੰ। ਜਿੱਦਾਂ ਜਿੱਦਾਂ ਅਸੀਂ ਕੰਮ ਕਰਦੇ ਰਹੇ ਰੇਡੀਓਜ਼ 'ਤੇ, ਟੈਲੀਵਿਜ਼ਨਸ 'ਤੇ, ਹੌਲੀ ਹੌਲੀ ਮੀਡੀਆ ਰਾਹੀਂ ਉਹਨਾਂ ਨਾਲ ਗੱਲ ਕਰਦੇ ਰਹੇ ਕਮਿਊਨਿਟੀ ਵਿੱਚ, ਸਾਨੂੰ ਔਰਤਾਂ ਦੇ ਫੋਨ ਆਉਣ ਲੱਗ ਪਏ ਹੈਲਪ ਵਾਸਤੇ ਜਦੋਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਸੀਗੀਆਂ। ਤੁਹਾਡੇ ਉਹਦੇ ਵਿੱਚ ਕੁਝ ਐਸਾ ਹੈ, ਕੁਝ ਇਹੋ ਜਿਹਾ ਨੇ ਮਦਦ ਮੰਗੀ ਜਾਂ ਕਿਸੇ ਨੂੰ ਜ਼ਬਰਦਸਤੀ ਉੱਥੇ ਇਸ ਤਰ੍ਹਾਂ ਦਾ ਕੁਝ ਕਰਨਾ ਪਿਆ? ਐਸੇ ਵੀ ਕੋਈ ਕੇਸਿਸ ਆਏ ਤੁਹਾਡੇ? ਕਿਉਂਕਿ ਉਹਨਾਂ ਨੇ ਪੈਸੇ ਲੈ ਕੇ ਭੇਜਿਆ ਹੁੰਦਾ ਆ ਉਹਨਾਂ ਨੂੰ, ਫਿਰ ਉਹ ਪੈਸੇ ਵੀ ਉਹਨਾਂ ਨੇ ਪੂਰੇ ਕਰਨੇ ਆ, ਜੇ ਗਹਿਣੇ ਰੱਖੀ ਆ ਜ਼ਮੀਨ ਉਹ ਵੀ ਛੁਡਾਉਣੀ ਆ, ਫਿਰ ਉਹ ਬੱਚਿਆਂ ਦੇ ਉੱਤੇ ਪ੍ਰੈਸ਼ਰ ਆ ਜਾਂਦਾ ਮਾਂ ਬਾਪ ਕੋਲੋਂ ਵੀ ਸਾਨੂੰ ਪੈਸੇ ਹੁਣ ਭੇਜੋ ਉੱਥੋਂ। ਉਹਨਾਂ ਦਾ ਕੋਈ ਵੀ ਫਾਇਦਾ ਉਠਾ ਸਕਦਾ ਫਿਰ। ਔਰ ਕਈ ਇੱਦਾਂ ਦੀਆਂ ਸਿਚੁਏਸ਼ਨ ਸੁਣਨ ਵਿੱਚ ਆਈਆਂ, ਪੇਪਰਾਂ ਵਿੱਚ ਵੀ 1-2 ਆਰਟੀਕਲਸ ਆ ਚੁੱਕੇ ਇਸ ਦੇ ਬਾਰੇ। ਕੈਨੇਡਾ ਤੋਂ ਸਾਡੇ ਨਾਲ ਅੱਜ ਇੱਕ ਮਹਿਮਾਨ ਆਏ ਨੇ, ਰਮਿੰਦਰ ਦੋਸਾਂਝ, ਜਿਹੜੇ ਕਿ ਪ੍ਰੀਮੀਅਰ ਰਹਿ ਚੁੱਕੇ ਨੇ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਉਜਲ ਦੋਸਾਂਝ ਉਹਨਾਂ ਦੇ ਵਾਈਫ ਨੇ, ਪਰ ਉਹ ਵੀ ਮਹਿਲਾਵਾਂ ਲਈ ਕੰਮ ਕਰਦੇ ਨੇ, ਔਰਤਾਂ ਲਈ ਕੰਮ ਕਰਦੇ ਨੇ। ਇੰਡੀਅਨ ਔਰਤਾਂ ਦੇ ਲਈ ਖਾਸ ਕਰਕੇ ਉਹਨਾਂ ਨੇ ਕੰਮਕਾਜ ਕੀਤਾ। ਇੰਡੀਅਨ ਮਹਿਲਾ ਐਸੋਸੀਏਸ਼ਨ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਵੈਂਕੂਵਰ ਦੇ ਵਿੱਚ ਉਹਨਾਂ ਨੇ ਕਾਫੀ ਕੰਮਕਾਜ ਕੀਤਾ, ਫਾਊਂਡਰ ਮੈਂਬਰ ਨੇ। ਕੀ ਕੰਮ ਕੀਤੇ ਉਹਨਾਂ ਨੇ, ਉੱਥੇ ਵੀ ਮਹਿਲਾਵਾਂ ਨੂੰ ਲੋੜ ਕਿਉਂ ਪੈਂਦੀ ਹੈ ਇਸ ਤਰ੍ਹਾਂ ਦੀ ਐਸੋਸੀਏਸ਼ਨਸ ਦੀ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਹੁਣੀ ਕਰਾਂਗੇ ਉਹਨਾਂ ਦੇ ਨਾਲ ਅਤੇ ਪੁੱਛਾਂਗੇ। ਮੈਮ ਤੁਹਾਡਾ ਪਹਿਲੇ ਸਵਾਗਤ ਹੈ। ਥੈਂਕ ਯੂ ਜੀ। ਮੈਮ ਉੱਥੇ ਮਹਿਲਾਵਾਂ ਨੂੰ ਵੀ ਲੋੜ ਪੈਂਦੀ ਹੈ ਐਸੋਸੀਏਸ਼ਨਸ ਦੀ, ਯੂਨੀਅਨਸ ਦੀ? ਹਰ ਇੱਕ ਜਗ੍ਹਾ 'ਤੇ ਮੇਰੇ ਖਿਆਲ ਵਿੱਚ ਵਰਲਡ ਓਵਰ ਜੇ ਤੁਸੀਂ ਗਲੋਬਲੀ ਦੇਖੋ, ਕੋਈ ਇੱਦਾਂ ਦੀ ਜਗ੍ਹਾ ਨਹੀਂ ਗੀ ਜਿੱਥੇ ਅਜੇ ਔਰਤਾਂ ਨੂੰ ਆਪਣੀ ਜੱਦੋਜਹਿਦ ਕਰਨ ਵਾਸਤੇ ਆਰਗੇਨਾਈਜੇਸ਼ਨਸ ਦੀ ਨਾਲ ਲੋੜ ਹੋਵੇ। ਜੀ ਜੀ। ਕਾਫੀ ਕੰਮ ਅੱਗੇ ਨਾਲੋਂ ਬੈਟਰ ਹੈ, ਲੇਕਿਨ ਅਜੇ ਮੇਰੇ ਖਿਆਲ 'ਚ ਕਾਫੀ ਅੱਗੇ ਕੰਮ ਕਰਨ ਵਾਲਾ ਸਾਡੇ ਵਾਸਤੇ। ਮੈਮ ਉੱਥੇ ਕਿਸ ਤਰੀਕਾ ਦੀ ਲੋੜ ਪੈਂਦੀ ਹੈ ਔਰਤਾਂ ਨੂੰ, ਖਾਸ ਕਰਕੇ ਜੇ ਇੱਥੇ ਗੱਲ ਕਰੀਏ ਤਾਂ ਇੱਥੇ ਜੇ ਅਸੀਂ ਪੁਲਿਸ ਸਟੇਸ਼ਨਸ ਦੇ ਵਿੱਚ ਆਈਏ ਜਾਂ ਫਿਰ ਵੂਮਨ ਸੈੱਲਸ ਜਿਹੜੇ ਬਣੇ ਹੋਏ ਨੇ ਜਾਂ ਔਰਤਾਂ ਦੇ ਲਈ ਜਿਹੜੇ ਵੀ ਚੀਜ਼ਾਂ ਬਣੀਆਂ ਹੋਈਆਂ ਨੇ, ਉਹਦੇ ਵਿੱਚ ਖਾਸ ਕਰਕੇ ਡਾਈਵੋਰਸ ਕੇਸਿਸ ਐਵੇਂ ਦੇ, ਜਾਂ ਜਿਹੜਾ ਪਤੀਆਂ ਤੋਂ ਜਿਹੜੀ ਉਹਨਾਂ ਨੂੰ ਯਾਤਨਾਵਾਂ ਦਿੱਤੀਆਂ ਜਾਂਦੀਆਂ ਹੈ, ਪਤੀ ਤੋਂ, ਹਸਬੈਂਡ ਤੋਂ ਕਾਫੀ ਜ਼ਿਆਦਾ ਐਟਰੋਸਿਟੀਜ਼ ਜਿਹੜੀਆਂ ਹਨ ਉਹ ਮਾਮਲੇ ਜ਼ਿਆਦਾ ਆਉਂਦੇ ਨੇ। ਜਾਂ ਫਿਰ ਫੀਮੇਲ ਫਿਟੀਸਾਈਡ, ਇਹ ਵੀ ਇੱਕ ਮਾਮਲਾ ਆਪਣੇ ਆਪ ਦੇ ਵਿੱਚ ਹੈਗਾ, ਬਹੁਤ ਜ਼ਿਆਦਾ ਹੈਗਾ ਇੱਥੇ। ਔਰ ਇਸ ਤਰ੍ਹਾਂ ਦੀ ਕਈ ਚੀਜ਼ਾਂ ਨੇ। ਜਾਂ ਫਿਰ ਅਬਿਊਜ਼, ਰੇਪਸ। ਤੁਹਾਡਾ
ਐਕਚੁਅਲੀ ਜਿਹੜੇ ਤੁਸੀਂ ਇਸ਼ੂਜ਼ ਦੀ ਗੱਲ ਕੀਤੀ ਹੈਗੀ, ਇਹ ਸਾਰੇ ਇਸ਼ੂਜ਼ ਆ ਜਿਨ੍ਹਾਂ ਦੇ ਵਾਸਤੇ ਅਸੀਂ ਜਦੋਜਹਿਦ ਕਰਦੇ ਰਹੇ ਹਾਂ, ਜਿਹੜੇ ਕਿ ਅਸੀਂ ਉੱਥੇ ਸੁਸਾਇਟੀ ਵਿੱਚ ਉਠਾਏ ਆ। ਜਦੋਂ ਅਸੀਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ ਉਸ ਜ਼ਮਾਨੇ ਵਿੱਚ, ਜਿਹੜੀ ਕਿ 1973 ਵਿੱਚ ਅਸੀਂ ਇਹ ਆਰਗੇਨਾਈਜੇਸ਼ਨ ਸਥਾਪਿਤ ਕੀਤੀ ਸੀ, ਉਸ ਵੇਲੇ ਜਦੋਂ ਮੈਂ ਗਈ ਹਾਂ, ਮੈਂ ਉੱਥੇ 1970 'ਚ ਗਈ ਸੀਗੀ, ਔਰ ਮੇਰੇ ਦੇਖਣ ਵਿੱਚ ਆਇਆ ਵੀ ਜਿੰਨੀਆਂ ਵੀ 3 4 5 ਆਰਗੇਨਾਈਜੇਸ਼ਨਸ ਉੱਥੇ ਕਮਿਊਨਿਟੀ ਵਿੱਚ ਸੀਗੀਆਂ, ਉਹਨਾਂ ਸਾਰਿਆਂ ਦੇ ਵਿੱਚ ਐਗਜ਼ੈਕਟਿਵਸ ਦੇ ਉੱਤੇ ਆਦਮੀ ਹੁੰਦੇ ਸੀਗੇ, ਔਰ ਕੋਈ ਔਰਤਾਂ ਨਹੀਂ ਸੀ ਦਿਖਾਈ ਦਿੰਦੀਆਂ ਕਿਤੇ ਵੀ। ਜਿਹੜੀਆਂ ਔਰਤਾਂ ਸੀਗੀਆਂ ਉਹ ਆਮ ਤੌਰ ਦੇ ਉੱਤੇ ਹੈਲਪ ਆਦਮੀਆਂ ਦੀ ਕਰਾਉਣ ਵਾਸਤੇ, ਲੇਕਿਨ ਫਰੰਟ ਐਂਡ ਸੈਂਟਰ ਪ੍ਰੈਜ਼ੀਡੈਂਟ ਜਿਹੜੇ ਸੀ, ਵਾਈਸ ਪ੍ਰੈਜ਼ੀਡੈਂਟ, ਉਹ ਸਾਰੇ ਆਦਮੀ ਹੁੰਦੇ ਸੀ। ਸਪੋਕਸ ਪਰਸਨ ਉਹੀ ਸੀਗੇ ਕਮਿਊਨਿਟੀ ਦੇ। ਦਿਸ ਵਾਜ਼ ਇਨ 1970 when I went there। ਤਾਂ ਅਸੀਂ 1-2 ਸਾਲ ਵਿੱਚ ਇਹ ਚੀਜ਼ਾਂ ਦੇਖੀਆਂ। 1-2 ਵਾਰ ਪਬਲਿਕ ਮੀਟਿੰਗ ਸੀਗੀਆਂ ਕਈ ਇਸ਼ੂਜ਼ ਦੇ ਉੱਤੇ। ਇੱਕ ਵਾਰ ਰੇਸਿਜ਼ਮ ਦੇ ਉੱਤੇ ਮੀਟਿੰਗ ਸੀਗੀ ਸਕੂਲ ਦੇ ਵਿੱਚ, ਜਿੱਥੇ ਕੋਈ 700 ਆਦਮੀ ਆਏ ਹੋਏ ਸੀਗੇ, ਲੇਕਿਨ ਉਹਨਾਂ ਦੇ ਵਿੱਚ ਤਕਰੀਬਨ ਅਸੀਂ 7 ਔਰਤਾਂ ਸੀਗੀਆਂ ਸਿਰਫ, ਇਨਕਲੂਡਿੰਗ ਮਾਈ ਸੈਲਫ। ਸੋ ਇਸ ਕਿਸਮ ਦੀਆਂ ਚੀਜ਼ਾਂ ਦੇਖੀਆਂ। ਫਿਰ ਕੁਛ ਇੱਦਾਂ ਦੇ ਇੰਸੀਡੈਂਟ ਸੀ ਜਿੱਥੇ ਕੁਛ ਔਰਤਾਂ ਨੇ ਸੁਸਾਈਡ ਕਮਿਟ ਕੀਤਾ, ਕੁਛ ਔਰਤਾਂ ਦੇ ਮਰਡਰਸ ਹੋਏ ਸੀਗੇ। ਇਸ ਕਿਸਮ ਦੀਆਂ ਚੀਜ਼ਾਂ ਦੇਖ ਕੇ ਸਾਨੂੰ ਇਹ ਲੱਗਾ ਕਿ ਇੱਥੇ ਔਰਤਾਂ ਦੀ ਆਵਾਜ਼ ਜਿਹੜੀ ਆ ਉਹ ਕੋਈ ਕਿਸਮ ਦੀ ਆਰਗੇਨਾਈਜ਼ਡ ਆਵਾਜ਼ ਹੈ ਨਹੀਂ, ਉਹਨਾਂ ਦੇ ਹੱਕਾਂ ਵਾਸਤੇ ਬੋਲਣ ਵਾਸਤੇ ਕੋਈ ਆਰਗੇਨਾਈਜ਼ਡ ਆਵਾਜ਼ ਹੈ ਨਹੀਂ ਗੀ। ਅਤੇ ਅਸੀਂ ਇਹ ਮਹਿਸੂਸ ਕੀਤਾ ਕਿ ਔਰਤਾਂ ਨੂੰ ਵੀ ਕੋਈ ਜਥੇਬੰਦੀ ਜ਼ਰੂਰ ਬਣਾਉਣੀ ਚਾਹੀਦੀ ਹੈ। ਅਸੀਂ 2-3 ਮੇਰੇ ਘਰ ਦੇ ਵਿੱਚ ਮੇਰੇ ਹਸਬੈਂਡ ਦੇ ਮਾਸੀ ਜੀ ਇੱਥੋਂ ਜਿਹੜੇ ਗਏ ਹੋਏ ਸੀ ਸਾਡੇ ਨਾਲੋਂ ਕਾਫੀ ਸਾਲ ਪਹਿਲਾਂ 1950s ਦੇ ਵਿੱਚ, ਉਹ ਜਾਣਦੇ ਸੀ ਕਮਿਊਨਿਟੀ ਵਿੱਚ ਕੁਛ ਔਰਤਾਂ ਨੂੰ। ਹੋਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਹੋਰ ਕੋਈ ਜਥੇਬੰਦੀ ਹੈਗੀ ਆ। ਫਿਰ ਉਹਨਾਂ ਨੂੰ ਕਿਹਾ ਵੀ ਸਾਨੂੰ ਕੁਛ ਔਰਤਾਂ ਨਾਲ ਮਿਲਾਓ ਜਿਹੜੀਆਂ ਇੱਥੇ ਦੇਰ ਤੋਂ ਰਹਿ ਰਹੀਆਂ, ਤਾਂ ਕਿ ਪਤਾ ਕਰੀਏ। ਐਂਡ ਸਾਡੇ ਦੇਖਣ ਵਿੱਚ ਆਇਆ ਕਿ ਇੱਥੇ ਕੋਈ ਹੋਰ ਜਥੇਬੰਦੀ ਨਹੀਂ ਹੈਗੀ ਔਰਤਾਂ ਦੀ ਇਸ ਕਿਸਮ ਦੀ, ਜਿਹੜੀ ਕਿ ਔਰਤਾਂ ਦੇ ਹੱਕਾਂ ਵਾਸਤੇ ਬੋਲ ਸਕੇ। ਤਾਂ ਅਸੀਂ ਫਿਰ 1972 ਤੋਂ ਡਿਸਕਸ਼ਨ ਸ਼ੁਰੂ ਕਰਤੀਆਂ ਸੀਗੀਆਂ, ਪਰ 73 ਵਿੱਚ ਆਫੀਸ਼ੀਅਲੀ ਅਸੀਂ ਫਿਰ ਜਥੇਬੰਦੀ ਆਪਣੀ ਖੜੀ ਕਰ ਲਈ। ਜਿੱਥੇ ਵੀ ਕਦੀ ਕੋਈ ਮਸਲਾ ਉੱਠਦਾ ਸੀ ਕਮਿਊਨਿਟੀ 'ਚ, ਅਸੀਂ ਉੱਥੇ ਪਹੁੰਚ ਜਾਂਦੇ ਸੀਗੇ ਤਾਂ ਆਪਣੇ ਆਪ ਨੂੰ ਇੰਟਰੋਡਿਊਸ ਕਰਦੇ ਸੀਗੇ। ਸੋ ਅਸੀਂ ਜਿੱਦਾਂ ਅਸੀਂ ਕਮਿਊਨਿਟੀ ਵਿੱਚ ਕੋਈ ਇਸ਼ੂ ਉੱਠਦਾ ਸੀਗਾ, ਕੋਈ ਗੱਲ ਸੁਣਨ ਵਾਸਤੇ ਆਉਂਦੀ ਸੀ, ਅਸੀਂ ਫਿਰ ਜਿਹੜਾ ਲੋਕਲ ਮੀਡੀਆ ਸੀਗਾ ਉਸ ਵੇਲੇ ਕੋਈ ਕਿਤੇ 1-1 2-2 ਘੰਟੇ ਦੇ ਪ੍ਰੋਗਰਾਮਸ ਰੇਡੀਓਜ਼ 'ਤੇ ਹੁੰਦੇ ਸੀਗੇ, ਅਸੀਂ ਉਹਨਾਂ ਦੇ ਜਿਹੜੇ ਪ੍ਰੋਗਰਾਮਸ ਦਿੰਦੇ ਸੀ ਲੋਕੀ, ਉਹਨਾਂ ਨੂੰ ਅਸੀਂ ਜਾ ਕੇ ਕੰਟੈਕਟ ਕੀਤਾ ਵੀ ਸਾਨੂੰ ਤੁਸੀਂ 10 ਮਿੰਟ ਟਾਈਮ ਦਿਓ ਬੋਲਣ ਵਾਸਤੇ ਆਪਣੇ ਰੇਡੀਓ ਸਟੇਸ਼ਨ 'ਤੇ। ਅਸੀਂ ਫਿਰ ਉੱਥੇ ਜਾ ਕੇ ਉਹਨਾਂ ਮਸਲਿਆਂ ਦੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਤਾਂ ਹੌਲੀ ਹੌਲੀ ਜਦੋਂ ਅਸੀਂ ਰੇਡੀਓ ਪ੍ਰੋਗਰਾਮਸ ਦੇ ਉੱਤੇ ਜਾ ਕੇ ਗੱਲ ਕਰਦੀਆਂ ਸੀਗੀਆਂ, ਔਰਤਾਂ ਘਰਾਂ ਦੇ ਵਿੱਚ ਸਾਡੀ ਆਵਾਜ਼ ਸੁਣਦੀਆਂ ਸੀਗੀਆਂ, ਆਦਮੀ ਵੀ ਸੁਣਦੇ ਸੀਗੇ। ਸੋ ਉਹਦੇ ਨਾਲ ਇੱਦਾਂ ਹੋਇਆ ਵੀ ਕਮਿਊਨਿਟੀ ਉਸ ਵੇਲੇ ਬਹੁਤ ਛੋਟੀ ਹੁੰਦੀ ਸੀ, ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀਗੇ। ਹੌਲੀ ਹੌਲੀ ਇੱਦਾਂ ਹੋਇਆ ਕਿ ਜਿਹੜੀਆਂ ਔਰਤਾਂ ਸਾਡੀ ਗੱਲਾਂ ਸੁਣਦੀਆਂ ਸੀਗੀਆਂ, ਸਾਡੇ ਇਸ਼ੂਜ਼ ਜਿਹੜੇ ਅਸੀਂ ਉਠਾਉਂਦੇ ਸੀਗੇ, ਉਹ ਸੁਣਨ ਤੋਂ ਬਾਅਦ ਉਹਨਾਂ ਦੇ ਸਾਨੂੰ ਫ਼ੋਨ ਆਉਣੇ ਸ਼ੁਰੂ ਹੋ ਗਏ। ਬਿਕਾਜ਼ ਕਈ ਵਾਰ ਅਸੀਂ ਆਪਣੇ ਫ਼ੋਨ ਵੀ ਦੇ ਦਿੰਦੇ ਸੀਗੇ ਵੀ ਜੇ ਕਿਸੇ ਨੂੰ ਕੋਈ ਮੁਸ਼ਕਿਲ ਹੈ ਘਰ ਦੇ ਵਿੱਚ, ਕਿਸੇ ਕਿਸਮ ਦਾ ਤਸ਼ੱਦਦ ਹੋ ਰਿਹਾ ਉਹਦੇ ਨਾਲ, ਜੇ ਕੋਈ ਪ੍ਰੋਬਲਮ ਆ, ਵੀ ਬਜਾਏ ਉਹ ਜਾ ਕੇ ਸੁਸਾਈਡ ਕਮਿਟ ਕਰਨ ਜਾਂ ਉਹ ਹਾਲਤ ਜਿਹੜੀ ਹੈ ਕਿ ਉਹ ਜ਼ਿਆਦਾ ਗੰਭੀਰ ਹੋ ਜਾਏ, ਉਸ ਤੋਂ ਪਹਿਲਾਂ ਤੁਸੀਂ ਮਦਦ ਲਓ ਕਿਸੇ ਦੀ। ਤਾਂ ਉਦੋਂ ਜਿਹੀ ਜਿਹੜੀ ਲਾਰਜਰ ਵੂਮੈਨਸ ਮੂਵਮੈਂਟ ਹੈ ਉਹ ਵੀ ਕਾਫੀ ਮਤਲਬ ਆਰਗੇਨਾਈਜੇਸ਼ਨਸ, ਉਹ ਵੈਨਕੂਵਰ ਸਟੇਟਸ ਆਫ ਵੂਮੈਨ ਵੀ ਉਦੋਂ ਜੇ ਬਣੀ। ਕੁਛ ਜਿਹੜੇ ਵੂਮੈਨਸ ਸ਼ੈਲਟਰਸ ਆ ਉਹ ਵੀ 70s ਦੇ ਵਿੱਚ ਹੀ ਤਕਰੀਬਨ ਇਸਟੈਬਲਿਸ਼ ਹੋਏ ਹੈ। ਸੋ ਜਿਹੜੀ ਵੂਮੈਨਸ ਮੂਵਮੈਂਟ ਵੱਡੀ ਸੁਸਾਇਟੀ ਦੇ ਵਿੱਚ ਵੀ ਉਸ ਵੇਲੇ ਕਾਫੀ ਗਰਮ ਹੋ ਰਹੀ ਸੀ ਹੌਲੀ ਹੌਲੀ। ਸੋ ਅਸੀਂ ਫਿਰ ਇੱਦਾਂ ਕੀਤਾ ਵੀ ਕੁਛ ਜਿਹੜੇ ਨਵਾਂ ਸੈਂਟਰ ਉੱਥੇ ਬਣਿਆ ਸੀ ਇੱਕ ਅਬਾਊਟ ਦ ਸੇਮ ਟਾਈਮ ਜਦੋਂ ਸਾਡੀ ਜਥੇਬੰਦੀ ਬਣੀ ਹੈ, ਅਸੀਂ ਉਹਨਾਂ ਨਾਲ ਕੰਟੈਕਟ ਕੀਤਾ, ਕਿਉਂਕਿ ਅਸੀਂ ਇੱਦਾਂ ਕਰਦੇ ਸੀ ਸ਼ੁਰੂ 'ਚ ਆਪਣੇ ਘਰ ਵਿੱਚ ਵੀ ਔਰਤਾਂ ਨੂੰ ਰੱਖਿਆ। ਫਿਰ ਅਸੀਂ ਇਹ ਰੀਅਲਾਈਜ਼ ਕੀਤਾ ਵੀ ਇਹ ਸੇਫ ਨਹੀਂ ਸਾਡੇ ਵਾਸਤੇ, ਕਿਉਂਕਿ ਜਦੋਂ ਕਈ ਵਾਰ ਕੋਈ 2-4 ਦਿਨ ਲਈ ਆ ਕੇ ਰਹਿੰਦੀ ਸੀ, ਜਦੋਂ ਉਹਨੂੰ ਲੋੜ ਸੀਗੀ, ਜਿਸ ਵੇਲੇ ਉਹਦੀ ਲਾਈਫ ਨੂੰ ਖਤਰਾ ਸੀਗਾ, ਫਿਰ ਸਮਝੌਤਾ ਕਰਾ ਕੇ ਕਈ ਵਾਰ ਉਹ ਵਾਪਸ ਚਲੇ ਜਾਂਦੇ ਸੀਗੇ ਵਾਪਸ ਆਪਣੇ ਘਰਾਂ ਦੇ ਵਿੱਚ। ਤਾਂ ਜਦੋਂ ਹਸਬੈਂਡਸ ਨੂੰ ਪਤਾ ਲੱਗਦਾ ਸੀਗਾ, ਸਾਰੇ ਫਿਰ ਦੇਖਦੇ ਸੀਗੇ ਵੀ ਇਹ ਔਰਤਾਂ ਦੀਆਂ ਮਦਦ ਕਰਦੀਆਂ, ਅਤੇ ਸਾਡੀ ਆਪਣੀ ਵੀ ਲਾਈਫ ਜਿਹੜੀ ਆ ਥ੍ਰੈਟਸ ਆਉਣ ਲੱਗ ਪਈਆਂ ਸਾਨੂੰ। ਸੋ ਅਸੀਂ
ਜਿਹੜੇ ਵਿਮਨਸ ਸ਼ੈਲਟਰ ਸੀਗੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਕਿਉਂਕਿ ਉਹਦੇ ਵਿੱਚ ਸਾਰੀਆਂ ਨਾਨ ਇੰਡੀਅਨ ਵਰਕਰ ਸੀਗੀਆਂ, ਇੰਡੀਅਨ ਵਰਕਰਸ ਨਹੀਂ ਸੀ, ਨਾ ਉਹ ਜ਼ਬਾਨ ਸਮਝਦੀਆਂ ਸੀਗੀਆਂ। ਸੋ ਸਾਡੀ ਕਮਿਊਨਿਟੀ ਦੇ ਵਿੱਚ ਔਰਤਾਂ ਨੂੰ ਇਹ ਜਾਣਕਾਰੀ ਨਹੀਂ ਸੀ ਵੀ ਇਹ ਸ਼ੈਲਟਰਸ ਜਿਹੜੇ ਆ ਇਹਨਾਂ ਦਾ ਕੀ ਰੋਲ ਹੈ, ਕਿਸ ਕਿਸਮ ਦੀਆਂ ਸਰਵਿਸਿਜ਼ ਦਿੰਦੀਆਂ। ਅਸੀਂ ਫਿਰ ਪੰਜਾਬੀ ਵਿੱਚ ਰੇਡੀਓ ਦੇ ਉੱਤੇ ਬੋਲ ਕੇ ਤਾਂ ਔਰਤਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਵੀ ਤੁਹਾਨੂੰ ਕੋਈ ਤਕਲੀਫ ਆ, ਤੁਹਾਨੂੰ ਕੋਈ ਤਸ਼ੱਦਦ ਹੋ ਰਿਹਾ ਤਾਂ ਤੁਸੀਂ ਇਸ ਨੰਬਰ 'ਤੇ ਫ਼ੋਨ ਕਰੋ, ਉੱਥੇ ਤੁਹਾਡੇ ਲਈ ਜਗ੍ਹਾ ਹੈਗੀ ਆ। ਤੁਸੀਂ ਸੁਸਾਈਡ ਨਾ ਕਮਿਟ ਕਰੋ, ਤੁਸੀਂ ਉਸ ਤਸ਼ੱਦਦ ਨੂੰ ਘਰ ਬੈਠ ਕੇ ਨਾ ਸਹੋ, ਤੁਸੀਂ ਬੋਲੋ, ਆਪਣੀ ਆਵਾਜ਼ ਉਠਾਓ। ਜੇ ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਆ ਉੱਥੇ ਆਓ, ਉੱਥੇ ਤੁਹਾਨੂੰ ਕੋਈ ਤੁਹਾਡੀ ਗੱਲ ਸੁਣੇਗਾ, ਤੁਹਾਡੀ ਮਦਦ ਕਰਨਗੇ, ਤੁਹਾਡੇ ਰਹਿਣ ਲਈ ਜਗ੍ਹਾ ਹੋਊਗੀ। ਸੋ ਜਿਹੜੀਆਂ ਉਹਨਾਂ ਦੀਆਂ ਸਰਵਿਸਿਜ਼ ਸੀ ਉਹ ਪੰਜਾਬੀ ਵਿੱਚ ਅਸੀਂ ਕਮਿਊਨਿਟੀ ਵਿੱਚ ਦੱਸਦੇ ਸੀ। ਅਤੇ ਜਿਹੜੇ ਸ਼ੈਲਟਰ ਸੀਗੇ, ਜਦੋਂ ਇੱਕ ਦੋ ਵਾਰਾਂ ਸ਼ੁਰੂ 'ਚ ਔਰਤਾਂ ਉੱਥੇ ਗਈਆਂ ਤਾਂ ਉਹ ਇੱਕਦਮ ਉੱਥੇ ਫਿੱਟ ਨਹੀਂ ਬੈਠੀਆਂ। ਉਹ ਵਿਚਾਰੀਆਂ ਡਰ ਕੇ ਵਾਪਸ ਉਸੇ ਹੀ ਹਾਲਾਤ ਵਿੱਚ ਫਿਰ ਵਾਪਸ ਘਰ ਚਲੇ ਜਾਂਦੀਆਂ ਸੀ। ਉਹ ਕਹਿੰਦੀਆਂ ਵੀ ਇੱਥੇ ਨਹੀਂ ਅਸੀਂ ਰਹਿ ਸਕਦੇ। ਫਿਰ ਅਸੀਂ ਉਹਨਾਂ ਨਾਲ ਗੱਲਾਂ ਕਰਕੇ ਚੈੱਕ ਕੀਤਾ ਵੀ ਕਿਉਂ ਚਲੇ ਜਾਂਦੀਆਂ ਵਾਪਸ। ਫਿਰ ਅਸੀਂ ਸ਼ੈਲਟਰਸ ਦੇ ਜਿਹੜਾ ਸਟਾਫ ਸੀਗਾ ਉਹਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਵੀ ਉਹਨਾਂ ਦੀਆਂ ਕੀ ਲੋੜਾਂ ਹੈ, ਕਿਉਂ ਉਹ ਘਰ ਚਲੇ ਜਾਂਦੀਆਂ ਵਾਪਸ, ਤੁਸੀਂ ਕੀ ਕਰ ਸਕਦੇ ਆ, ਆਪਣੀਆਂ ਸਰਵਿਸਿਜ਼ ਕਿੱਦਾਂ ਚੇਂਜ ਕਰ ਸਕਦੇ ਤਾਂ ਕਿ ਔਰਤਾਂ ਇੱਥੇ ਆ ਕੇ ਜਿਹੜੀਆਂ ਪੰਜਾਬੀ ਪਿਛੋਕੜ ਦੀਆਂ, ਆਪਣੇ ਇੰਡੀਅਨ ਪਿਛੋਕੜ ਦੀਆਂ ਹੈਗੀਆਂ, ਉਹ ਆ ਕੇ ਤੁਹਾਡੀਆਂ ਸਰਵਿਸਿਜ਼ ਨੂੰ ਅਵੇਲ ਕਰ ਸਕਣ। ਤਾਂ ਉਹ ਫਿਰ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਸੀਂ ਇੱਥੇ ਦਾਲਾਂ ਲਿਆ ਕੇ ਰੱਖੋ, ਕੁਛ ਮਸਾਲੇ ਮਿਰਚਾਂ ਲਿਆ ਕੇ ਰੱਖੋ, ਤਾਂ ਕਿ ਉਹ ਔਰਤਾਂ ਜਦੋਂ ਤੁਹਾਡੇ ਕੋਲ ਆਉਂਦੀਆਂ ਉਹਨਾਂ ਨੂੰ ਤੁਹਾਡਾ ਖਾਣਾ ਜਿਹੜਾ ਉਹ ਇੱਕਦਮ ਫਿੱਕਾ ਲੱਗਦਾ ਜਾਂ ਡਿਫਰੈਂਟ ਲੱਗਦਾ, ਉਹ ਖਾਣਾ ਵੀ ਨਹੀਂ ਖਾ ਸਕਦੀਆਂ ਠੀਕ ਤਰ੍ਹਾਂ, ਜ਼ਬਾਨ ਵੀ ਨਹੀਂ ਬੋਲ ਵੀ ਨਹੀਂ ਸਕਦੀਆਂ। ਸੋ ਕਿਉਂਕਿ ਉਹਨਾਂ ਨੂੰ ਇੰਗਲਿਸ਼ ਕਈਆਂ ਨੂੰ ਨਹੀਂ ਸੀ ਆਉਂਦੀ ਹੈਗੀ। ਸੋ ਉਹ ਫਿਰ ਸ਼ੈਲਟਰਸ ਜਿਹੜੇ ਸੀਗੇ ਉਹਨਾਂ ਨੇ ਵੀ ਚੇਂਜਸ ਲਿਆਂਦੀਆਂ ਤਾਂ ਕਿ ਉਹ ਇਹਨਾਂ ਦੀਆਂ ਲੋੜਾਂ ਜਿਹੜੀਆਂ ਅਸੀਂ ਇੰਡੀਅਨ ਔਰਤਾਂ ਦੀਆਂ ਸਮਝ ਸਕਣ। ਸੋ ਇੱਕ ਸਾਡਾ ਇਹ ਰੋਲ ਸੀ ਸ਼ੁਰੂ ਵਿੱਚ। ਲੇਕਿਨ ਜਿੱਦਾਂ ਜਿੱਦਾਂ ਅਸੀਂ ਕੰਮ ਕਰਦੇ ਰਹੇ ਰੇਡੀਓਜ਼ 'ਤੇ, ਟੈਲੀਵਿਜ਼ਨਸ 'ਤੇ, ਹੌਲੀ ਹੌਲੀ ਮੀਡੀਆ ਰਾਹੀਂ ਉਹਨਾਂ ਨਾਲ ਗੱਲ ਕਰਦੇ ਰਹੇ ਕਮਿਊਨਿਟੀ ਵਿੱਚ, ਸਾਨੂੰ ਔਰਤਾਂ ਦੇ ਫੋਨ ਆਉਣ ਲੱਗ ਪਏ ਹੈਲਪ ਵਾਸਤੇ ਜਦੋਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਸੀਗੀਆਂ। ਸੋ ਫਿਰ ਸਾਡਾ ਜਿਹੜਾ ਧਿਆਨ ਹੈ ਉਹ ਖਾਸ ਤੌਰ 'ਤੇ ਵਾਇਲੈਂਸ ਅਗੇਂਸਟ ਵੂਮੈਨ ਜਿਹੜੀ ਆ ਉਹਦੇ ਵੱਲ, ਔਰਤਾਂ ਦੇ ਖਿਲਾਫ ਜਿਹੜਾ ਤਸ਼ੱਦਦ ਹੁੰਦਾ ਸੀ ਉਹਦੇ ਵਿੱਚ ਅਸੀਂ ਫੋਕਸ ਕਰਨਾ ਸ਼ੁਰੂ ਕਰ ਦਿੱਤਾ। ਔਰ ਅਸੀਂ ਬਿਲਕੁਲ ਵੋਲੰਟੀਅਰ ਆਰਗੇਨਾਈਜੇਸ਼ਨ ਸੀਗੇ। ਅਸੀਂ ਕਿਸੇ ਕੋਲੋਂ ਪਿਛਲੇ 50 ਸਾਲਾਂ 'ਚ, ਇਸ ਸਾਲ ਅਸੀਂ 50ਵਾਂ ਆਪਣੀ ਐਨੀਵਰਸਰੀ ਮਨਾ ਰਹੇ, ਪਿਛਲੇ 50 ਸਾਲਾਂ ਵਿੱਚ ਅਸੀਂ ਕਿਸੇ ਗਵਰਨਮੈਂਟ ਸੋਰਸ ਤੋਂ ਆਪਣਾ ਆਰਗੇਨਾਈਜੇਸ਼ਨ ਚਲਾਉਣ ਵਾਸਤੇ ਫੰਡਿੰਗ ਨਹੀਂ ਲਈ ਹੈਗੀ। ਟੋਟਲੀ ਵੋਲੰਟੀਅਰ। ਉਹੀ ਔਰਤਾਂ ਸਾਡੇ ਨਾਲ ਕੰਮ ਕਰਦੀਆਂ ਜਿਹੜੀਆਂ ਉਸ ਇਸ਼ੂ ਵਾਸਤੇ ਕੰਮ ਕਰਨਾ ਚਾਹੁੰਦੀਆਂ। ਲੇਕਿਨ ਕੋਈ ਪੈਸਾ ਨਹੀਂ, ਕਿਸੇ ਨੂੰ ਕੋਈ ਤਨਖਾਹ ਨਹੀਂ ਮਿਲਦੀ, ਸਾਡੇ ਕੋਲ ਕੋਈ ਆਫਿਸ ਨਹੀਂ ਗਾ। ਇੱਕ ਮੈਂਬਰ ਦੇ ਬੇਸਮੈਂਟ ਦੇ ਵਿੱਚ ਸਾਡਾ ਫੋਨ ਲੱਗਾ ਹੋਇਆ। ਸੋ ਉੱਥੇ ਜੇ ਕੋਈ ਫੋਨ ਕਰਨਾ ਚਾਹੁੰਦਾ ਉਹ ਨੰਬਰ ਅਸੀਂ ਦੇ ਦਿੰਦੇ ਸੀਗੇ। ਫਿਰ ਹੌਲੀ ਹੌਲੀ ਅਸੀਂ ਪਹਿਲਾਂ ਤਾਂ ਆਪਣੇ ਪਰਸਨਲ ਨੰਬਰ ਦਿੰਦੇ ਹੁੰਦੇ ਸੀ, ਫਿਰ ਅਸੀਂ ਉਹ ਆਪਣਾ ਇੱਕ ਫੋਨ ਲੈ ਲਿਆ। ਜਦੋਂ ਸਾਡੇ ਕੋਲ ਥੋੜ੍ਹੇ ਜਿਹੇ ਪੈਸੇ ਅਸੀਂ ਇਕੱਠੇ ਕੀਤੇ ਤਾਂ ਫਿਰ ਔਰਤਾਂ ਉਸ ਨੰਬਰ 'ਤੇ ਫ਼ੋਨ ਕਰ ਸਕਦੀਆਂ ਸੀਗੀਆਂ। ਇੱਕ ਮੈਂਬਰ ਉਹਨੂੰ ਰੋਜ਼ ਚੈੱਕ ਕਰ ਲੈਂਦੇ ਸੀਗੇ। ਬਹੁਤ ਅਜੀਬ ਗੱਲ ਲੱਗਦੀ ਹੈ ਕਿ ਫੈਡਰਲ ਮਿਨਿਸਟਰ ਦੇ ਵਾਈਫ ਰਹਿ ਚੁੱਕੇ ਹੋ ਤੁਸੀਂ, ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜਾ ਕੰਮ ਕਰ ਰਹੇ ਬਹੁਤ ਹੀ ਵੋਲੰਟੀਅਰ ਕੰਮ ਕਰ ਰਹੇ। ਦਿਸ ਇਜ਼ ਵੈਰੀ ਇੰਸਪਾਇਰਿੰਗ ਬੇਸਿਕਲੀ ਐਂਡ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰ ਮੈਮ ਉੱਥੇ ਕਿਸ ਤਰੀਕੇ ਦੇ ਤੁਸੀਂ ਸੋਲਵ ਕੀਤੇ? ਜਿਵੇਂ ਇੱਥੇ ਨੇ, ਇੱਥੇ ਤਾਂ ਬਹੁਤ ਡਿਫਰੈਂਟ ਇਸ਼ੂਜ਼ ਨੇ, ਮੈਂ ਤੁਹਾਡੇ ਨਾਲ ਪਹਿਲੇ ਵੀ ਕਿਹਾ। ਔਰ ਉਹਦੇ ਵਿੱਚ ਇੱਕ ਇਸ਼ੂ ਜਿਹੜਾ ਸਾਹਮਣੇ ਆਉਂਦਾ ਹੈ ਇੱਥੋਂ, ਖਾਸ ਕਰਕੇ ਮਾਈਗ੍ਰੇਸ਼ਨ ਲਗਾਤਾਰ ਹੋ ਰਹੀ ਹੈ, ਔਰ ਉੱਥੇ ਜਿਹੜੇ ਵਿਦਿਆਰਥੀ ਜਾਂਦੇ ਨੇ, ਸਟੂਡੈਂਟਸ ਜਾਂਦੇ ਨੇ, ਉਹ 'ਚ ਗਰਲ ਸਟੂਡੈਂਟਸ ਨੇ, ਉਹਨਾਂ ਦੇ ਹਾਲਾਤ ਜਿਹੜੇ ਨੇ ਬਹੁਤ ਡਿਫਰੈਂਟ ਸੁਣਨ ਨੂੰ ਮਿਲਦੇ ਆ ਸਾਨੂੰ, ਜਿਹੜੇ ਕਿ ਵੱਖ ਜੇ ਨੇ। ਉਹ ਉੱਥੇ ਜਾ ਕੇ ਆਪਣੇ ਪੂਰਾ ਕਰਨ ਵਾਸਤੇ ਰਿਸੋਰਸਿਸ ਨੂੰ ਕੰਪਲੀਟ ਕਰਨ ਵਾਸਤੇ ਕੁਝ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਚਲੇ ਜਾਂਦੀਆਂ। ਕਿਤੇ ਨਾ ਕਿਤੇ ਸੁਣਨ ਨੂੰ ਮਿਲਦਾ ਕਿ ਸ਼ਾਇਦ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰੋਸਟੀਟਿਊਟ ਦੇ ਵਿੱਚ ਵੀ ਚਲੇ ਜਾਂਦੀਆਂ। ਅਤੇ ਤੁਹਾਡੇ ਉਹਦੇ ਵਿੱਚ ਕੁਛ ਐਸਾ ਹੈ, ਕੁਛ ਇਹੋ ਜਿਹਾ ਨੇ ਮਦਦ ਮੰਗੀ ਜਾਂ ਕਿਸੇ ਨੂੰ ਜ਼ਬਰਦਸਤੀ ਉੱਥੇ ਇਸ ਤਰ੍ਹਾਂ ਦਾ ਕੁਛ ਕਰਨਾ ਪਿਆ? ਐਸੇ ਵੀ ਕੋਈ ਕੇਸਿਸ ਆਏ ਤੁਹਾਡੇ? ਇਹ ਜਿਹੜਾ ਸਟੂਡੈਂਟਸ ਦਾ ਫਿਨੋਮੀਨਾ ਹੈ ਪਿਛਲੇ ਥੋੜ੍ਹੇ ਸਾਲਾਂ ਦੇ ਵਿੱਚ ਸ਼ੁਰੂ ਹੋਇਆ ਜ਼ਿਆਦਾ, ਜਦੋਂ ਕਿ ਇਸ ਏਰੀਏ ਦੇ ਵਿੱਚ ਗਵਰਨਮੈਂਟ ਨੇ ਦਰਵਾਜ਼ੇ ਖੋਲ੍ਹ ਦਿੱਤੇ ਵੀ ਸਟੂਡੈਂਟਸ ਇੱਥੋਂ ਜਾ ਸਕਦੇ ਆ। ਔਰ ਉਹਦੇ ਨਾਲ ਅਸੀਂ ਜਨਰਲਾਈਜ਼ ਨਹੀਂ ਕਰ ਸਕਦੇ ਵੀ ਸਾਰੇ ਸਟੂਡੈਂਟਸ ਇੱਕ ਕਿਸਮ ਦੇ ਆ, ਲੇਕਿਨ ਕਈ ਸਟੂਡੈਂਟਸ ਜਾਂਦੇ ਆ, ਬਹੁਤ ਸੋਹਣੇ ਪੜ੍ਹਾਈ ਕਰਦੇ ਆ, ਬਹੁਤ ਫੋਕਸ ਕਰਦੇ ਆ, ਕੰਮ ਕਰਦੇ ਆ, ਨਾਲ ਆਪਣਾ ਕਮਾਈ ਵੀ ਕਰਦੇ ਥੋੜ੍ਹੀ ਥੋੜ੍ਹੀ ਜਿੰਨੀ ਅਲਾਉਡ ਹੈਗੀ ਆ, ਔਰ ਪੜ੍ਹਾਈ ਵੀ ਕਰਦੇ ਆ।
ਕੁਝ ਇਦਾਂ ਦੇ ਹਾਲਾਤ ਦੇਖਣ ਵਿੱਚ ਆਏ ਆ ਵੀ ਜਿੱਥੇ ਕਈ ਬੱਚੇ ਚਲੇ ਜਾਂਦੇ ਆ, ਮਾਂ-ਬਾਪ ਕਈ ਵਾਰਾਂ ਉਧਾਰ ਚੁੱਕ ਕੇ ਪੈਸੇ ਜ਼ਮੀਨਾਂ ਪਾਉਣ ਕਰਕੇ ਕੀ ਕਹਿੰਦੇ ਮਤਲਬ ਵੇਚ ਕੇ ਜਾਂ ਗਹਿਣੇ ਰੱਖ ਕੇ ਜਿਹਨੂੰ ਕਹਿੰਦੇ ਆ, ਤਾਂ ਉਹ ਆਪਣੇ ਬੱਚਿਆਂ ਨੂੰ ਭੇਜਦੇ ਆ ਉੱਥੇ ਰਹਿਣ ਵਾਸਤੇ। ਲੇਕਿਨ ਕਈ ਵਾਰ ਜਦੋਂ ਉੱਥੇ ਜਾਂਦੇ ਆ ਤਾਂ ਉੱਥੇ ਜਾ ਕੇ ਫਿਰ ਕਿਉਂਕਿ ਉਹਨਾਂ ਨੇ ਪੈਸੇ ਲੈ ਕੇ ਭੇਜਿਆ ਹੁੰਦਾ ਆ ਉਹਨਾਂ ਨੂੰ, ਫਿਰ ਉਹ ਪੈਸੇ ਵੀ ਉਹਨਾਂ ਨੇ ਪੂਰੇ ਕਰਨੇ ਆ, ਜੇ ਗਹਿਣੇ ਰੱਖੀ ਆ ਜ਼ਮੀਨ ਉਹ ਵੀ ਛੁਡਾਉਣੀ ਆ, ਫਿਰ ਉਹ ਬੱਚਿਆਂ ਦੇ ਉੱਤੇ ਪ੍ਰੈਸ਼ਰ ਆ ਜਾਂਦਾ ਮਾਂ-ਬਾਪ ਕੋਲੋਂ ਵੀ ਸਾਨੂੰ ਪੈਸੇ ਹੁਣ ਭੇਜੋ ਉੱਥੋਂ। ਹੁਣ ਜਦੋਂ ਕੋਈ ਸਟੂਡੈਂਟ ਵਾਸਤੇ ਜਾਂਦਾ ਉਹਨੇ ਪੜ੍ਹਾਈ ਵੀ ਫੁੱਲ ਟਾਈਮ ਕਰਨੀ ਆ, ਕੰਮ ਵੀ ਉਹਨਾਂ ਨੂੰ ਥੋੜ੍ਹੇ ਘੰਟੇ ਅਲਾਉਡ ਹੁੰਦੇ ਆ ਕਰਨੇ, ਸੋ ਉਹ ਪੈਸੇ ਵੀ ਉਨੇ ਕੀ ਕਮਾ ਸਕਦੀਆਂ। ਇੱਦਾਂ ਹੁੰਦਾ ਵੀ ਜਦੋਂ ਇੱਧਰੋਂ ਪ੍ਰੈਸ਼ਰ ਪੈਂਦਾ, ਕਈ ਲੜਕੀਆਂ ਫਿਰ ਸੌਖਾ ਰਸਤਾ ਲੱਭਦੀਆਂ ਜਿੱਥੇ ਪੈਸੇ ਛੇਤੀ ਬਣ ਜਾਣ। ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਵਲਨਰੇਬਲ ਹੋ ਜਾਂਦੀ ਹੈ, ਕਿਉਂਕਿ ਉਹਨਾਂ ਦਾ ਕੋਈ ਵੀ ਫਾਇਦਾ ਉਠਾ ਸਕਦਾ ਫਿਰ। ਔਰ ਕਈ ਇੱਦਾਂ ਦੀਆਂ ਸਿਚੁਏਸ਼ਨ ਸੁਣਨ ਵਿੱਚ ਆਈਆਂ, ਪੇਪਰਾਂ ਵਿੱਚ ਵੀ 1-2 ਆਰਟੀਕਲਸ ਆ ਚੁੱਕੇ ਇਸ ਦੇ ਬਾਰੇ। ਟੋਰਾਂਟੋ ਆਪਣੇ ਬਰੈਂਪਟਨ ਵਗੈਰਾ ਵਾਲੀ ਜਗ੍ਹਾ 'ਤੇ ਜਾਂ ਸਾਡੇ ਵੈਨਕੂਵਰ ਦੇ ਆਲੇ ਦੁਆਲੇ ਜਿਹੜੀਆਂ ਆਉਂਦੀਆਂ ਸਟੂਡੈਂਟਸ, ਖਾਸ ਤੌਰ 'ਤੇ ਲੜਕੀਆਂ ਵਾਸਤੇ ਕੁਛ ਇੱਦਾਂ ਦੀਆਂ ਸਿਚੁਏਸ਼ਨ। ਫਿਰ ਨਵੀਂ ਜਗ੍ਹਾ 'ਤੇ ਤੁਸੀਂ ਗਏ ਹੁੰਦੇ, ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਿੱਥੇ ਕੀ ਰਿਸੋਰਸਿਸ ਹੈਗੇ ਆ ਉਹਨਾਂ ਲਈ, ਤਾਂ ਉਹ ਕਈ ਵਾਰਾਂ ਗਲਤ ਪਾਸੇ ਸਟੈਪ ਚੁੱਕ ਲੈਂਦੀਆਂ ਜਿੱਥੋਂ ਕਿ ਉਹਨਾਂ ਦੇ ਪੈਸੇ ਜਿਹੜੇ ਆ ਉਹ ਸੌਖੇ ਬਣ ਜਾਣ। ਔਰ ਉਹਦੇ ਨਾਲ ਸੁਣਨ ਵਿੱਚ ਇਹ ਆਇਆ ਕਿ ਕੁਛ ਯੰਗ ਬੱਚੀਆਂ ਇੱਥੋਂ ਜਾਂਦੀਆਂ ਉਹ ਉਸ ਪਾਸੇ ਵੀ ਪੈ ਜਾਂਦੀਆਂ, ਪ੍ਰੋਸਟੀਟਿਊਸ਼ਨ ਵਾਲੇ ਪਾਸੇ। ਲੇਕਿਨ ਇਹਦਾ ਮਤਲਬ ਇਹ ਨਹੀਂਗਾ ਵੀ ਸਾਰੇ ਹੀ ਮਤਲਬ ਉੱਥੇ ਐਬਸੋਲੂਟਲੀ, ਬਟ ਇੱਕ ਵੀ ਜੇ ਬੱਚੇ ਦੀ ਲਾਈਫ ਖਰਾਬ ਹੁੰਦੀ ਹੈ, ਬਹੁਤ ਇੰਪੋਰਟੈਂਟ ਚੀਜ਼ ਹੈ। ਤਾਂ ਮੈਂ ਤਾਂ ਇਹ ਕਹੂੰਗੀ, ਮਾਂ-ਬਾਪ ਨੂੰ ਇਹ ਕਹੂੰਗੀ ਵੀ ਸਿਰਫ ਇਮੀਗ੍ਰੇਸ਼ਨ ਵਾਸਤੇ ਤੁਸੀਂ ਉੱਦਾਂ ਹੀ ਨਾ ਬੱਚਿਆਂ ਨੂੰ ਧੱਕ ਕੇ ਭੇਜ ਦਿਓ। ਜੇ ਤੁਸੀਂ ਭੇਜਣਾ, ਅੱਜ ਕੱਲ੍ਹ ਇੰਨੀ ਦੁਨੀਆ ਇੱਥੋਂ ਗਈ ਹੋਈ ਹੈ ਕਿ ਤੁਹਾਨੂੰ ਕੋਈ ਨਾ ਕੋਈ ਘਰ ਦੇ ਵਿੱਚ ਆਪਣੀ ਨੇਬਰਹੁੱਡ ਵਿੱਚ ਕੋਈ ਨਾ ਕੋਈ ਜਾਣਦਾ ਜਿਹੜਾ ਉੱਥੇ ਰਹਿੰਦਾ ਹੋਵੇ, ਤੁਸੀਂ ਕਿਸੇ ਨੂੰ ਫ਼ੋਨ ਕਰੋ, ਤੁਸੀਂ ਚੈੱਕ ਕਰੋ ਵੀ ਬੱਚਿਆਂ ਦੀ ਕੀ ਹਾਲਤ ਆ, ਬੱਚਿਆਂ ਨਾਲ ਕੰਟੈਕਟ ਰੱਖੋ। ਜੇ ਤੁਸੀਂ ਉਹਨਾਂ ਨੂੰ ਭੇਜਣਾ ਆ ਤਾਂ ਉਦੋਂ ਭੇਜੋ ਜਦੋਂ ਤੁਸੀਂ ਅਫੋਰਡ ਕਰ ਸਕਦੇ ਆ, ਲੇਕਿਨ ਫਿਰ ਉਹਨਾਂ 'ਤੇ ਇਹ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਵੀ ਹੁਣ ਤੁਸੀਂ ਸਾਨੂੰ ਪੈਸੇ ਭੇਜੋ ਵਾਪਸ, ਰਾਈਟ? ਕਿਉਂਕਿ ਇਹ ਵੀ ਉਹਨਾਂ ਦੇ ਹਾਲਾਤ ਵੀ ਦੇਖਣੇ ਚਾਹੀਦੇ ਆ ਵੀ ਜੇ ਉਹ 1 ਸਾਲ 2 ਸਾਲ ਦੇ ਕੋਰਸ ਵਾਸਤੇ ਗਈਆਂ, ਉਹ ਕੰਮ ਕਰਨਗੀਆਂ ਤਾਂ ਉਹਨਾਂ ਨੇ ਉਨੇ ਪੈਸੇ ਕਮਾਉਣੇ ਜਿੰਨੇ ਕੁ ਨਾਲ ਉਹਨਾਂ ਨੇ ਆਪਣਾ ਘਰ ਦਾ ਕਿਰਾਇਆ ਦੇ ਦੇਣਾ, ਆਪਣੇ ਖਾਣ ਪੀਣ ਵਾਸਤੇ ਕੁਛ ਲੈਣਾ। ਅਤੇ ਜੇ ਤੁਸੀਂ ਉਹਨਾਂ ਨੂੰ ਪ੍ਰੈਸ਼ਰ ਕਰੋਗੇ ਤਾਂ ਉਹਨਾਂ ਨੂੰ, ਜੇ ਕੋਈ ਉੱਦਾਂ ਦੇ ਬੰਦੇ ਹੁੰਦੇ ਆ ਜਿਹੜੇ ਉਹਨਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਆ, ਉਹਨਾਂ ਨੂੰ ਪੁੱਠੇ ਰਸਤੇ ਲਾ ਦਿੰਦੇ, ਕਈ ਡਰੱਗਸ ਵਿੱਚ ਵੀ ਚਲੇ ਜਾਂਦੇ ਬੱਚੇ। ਸੋ ਇਸ ਕਿਸਮ ਦੀਆਂ ਇਹ ਨਵੀਆਂ ਜਿਹੜੀਆਂ ਸਿਚੁਏਸ਼ਨਸ ਹੈ ਉਹ ਆ ਰਹੀਆਂ ਹੁਣ ਸਾਹਮਣੇ। ਜੀ ਜਾਂ ਮੈਮ ਇਸ ਦੇ ਨਾਲ ਨਾਲ ਇੱਦਾਂ ਦੀ ਵੀ ਕੋਈ ਸਿਚੁਏਸ਼ਨ ਆਉਂਦੀ, ਕਿਉਂਕਿ ਬਹੁਤ ਸੁਣਨ ਨੂੰ ਮਿਲਦਾ ਕਿ ਇੱਧਰ ਜਿਹੜੇ ਇੱਧਰੋਂ ਲੜਕੇ ਬਾਹਰ ਜਾਂਦੇ, ਮੁੰਡੇ ਬਾਹਰ ਜਾਂਦੇ ਆ, ਜਾਂ ਮੇਲਸ ਜਿਹੜੇ ਬਾਹਰ ਜਾਂਦੇ ਆ, ਉਹ ਉੱਥੇ ਜਾ ਕੇ ਪਹਿਲੇ ਇੱਥੇ ਵਿਆਹ ਕਰਵਾਇਆ ਹੁੰਦਾ ਹੈ, ਇੱਥੇ ਵਾਲੇ ਨੂੰ ਛੱਡ ਜਾਂਦੇ ਆ, ਫਿਰ ਉੱਥੇ ਕਈ ਵਾਰੀ ਕੰਟਰੈਕਟ ਮੈਰਿਜਸ ਕਰਵਾ ਲੈਂਦੇ ਆ ਸਿਰਫ PRs ਲੈਣ ਲਈ, ਜਾਂ ਫਿਰ ਉੱਥੇ ਜਾ ਕੇ ਵਿਆਹ ਕਰਵਾ ਲੈਂਦੇ ਆ। ਉੱਥੇ ਵੀ ਉਹਨਾਂ ਦੇ ਅੱਗੇ ਜਿਹੜੇ ਹੈ ਜਨਰੇਸ਼ਨ ਬੱਚੇ ਸਭ ਕੁਛ ਹੋ ਜਾਂਦੇ, ਇੱਥੇ ਕਈ ਵਾਰੀ ਵੈਸੇ ਛੱਡ ਕੇ ਗਏ ਹੁੰਦੇ ਜਾਂ 1-2 ਨੂੰ ਛੱਡ ਕੇ ਗਏ। ਐਵੇਂ ਦੇ ਕੇਸਿਸ ਵੀ ਤੁਹਾਡੇ ਸਾਹਮਣੇ ਆਉਂਦੇ ਕਈ ਵਾਰੀ, ਜਦੋਂ ਤੁਸੀਂ ਖਾਸ ਕਰਕੇ ਵੂਮੈਨ ਲਈ, ਔਰਤਾਂ ਦੇ ਲਈ ਕੰਮ ਕਰ ਰਹੇ ਹੋ ਨਾ ਖਾਸ ਕਰਕੇ? ਹਾਂਜੀ ਹਾਂਜੀ, ਇਹ ਤਾਂ ਕਾਫੀ ਦੇਰ ਤੋਂ ਮਾਮਲਾ ਚੱਲ ਰਿਹਾ ਕਿ ਅੱਗੇ ਪਹਿਲਾਂ ਜ਼ਿਆਦਾ ਚਰਚਾ ਚੱਲਦੀ ਸੀਗੀ, ਜਿਹੜੇ ਮੁੰਡੇ ਇੱਥੋਂ ਜਾ ਕੇ ਵਿਆਹ ਕਰਾ ਕੇ ਅਤੇ ਇੱਥੇ ਬਰਾਈਡਸ ਨੂੰ ਛੱਡ ਜਾਂਦੇ ਸੀ, ਵਿਆਹ ਕਰਾ ਕੇ 2-4 ਜਾਂ 2-4 ਮਹੀਨੇ ਘੁੰਮਾ ਕੇ ਮੁੜ ਕੇ ਉਹਨਾਂ ਨੂੰ ਛੱਡ ਜਾਣਾ ਇੱਥੇ, ਫਿਰ ਉੱਥੇ ਜਾ ਕੇ ਸੱਦਣਾ ਹੀ ਨਹੀਂ ਉਹਨਾਂ ਨੂੰ। ਲੇਕਿਨ ਦੇਖਣ ਵਿੱਚ ਆਇਆ ਕਈ ਵਾਰ ਕਈ ਕੁੜੀਆਂ ਨੇ ਵੀ ਇੱਦਾਂ ਕੀਤਾ ਹੈਗਾ, ਇਹ ਨਹੀਂ ਕਿ ਨਹੀਂ ਕੀਤਾ, ਮੈਂ ਇਹ ਡਿਨਾਈ ਨਹੀਂ ਕਰ ਸਕਦੀ, ਕਿਉਂਕਿ ਕਈ ਵਾਰ ਇਹ ਵੀ ਸੁਣਨ ਵਿੱਚ ਆਇਆ ਵੀ ਕਈ ਲੜਕੀਆਂ ਦੇ ਉੱਤੇ ਮਾਂ-ਬਾਪ ਦਾ ਦਬਾਅ ਹੁੰਦਾ ਵੀ ਤੁਸੀਂ ਵਿਆਹ ਕਰਾਓ, ਜਲਦੀ ਕਰਾਓ, ਔਰ ਉਹ ਕਈ ਵਾਰ ਕਈ ਮਾਂ-ਬਾਪ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਇੱਥੇ ਕਿਸੇ ਨਾਲ ਵਿਆਹ ਕਰਾ ਦਿੰਦੇ, ਉਹਨਾਂ ਦੀ ਮਰਜ਼ੀ ਦੇ ਉਲਟ ਵੀ। ਔਰ ਉਹ ਲੜਕੀਆਂ ਫਿਰ ਜਦੋਂ ਵਾਪਸ ਜਾਂਦੀਆਂ ਵਿਆਹ ਤੋਂ ਬਾਅਦ, ਉਹਨਾਂ ਨੂੰ ਥੋੜ੍ਹੀ ਜਿਹੀ ਆਜ਼ਾਦੀ ਜ਼ਿਆਦਾ ਮਿਲ ਜਾਂਦੀ ਆ, ਉਹ ਮਾਂ-ਬਾਪ ਦੇ ਜ਼ੋਰ ਦੇ ਥੱਲੇ ਆ ਕੇ ਕਈ ਵਾਰ ਵਿਆਹ ਕਰਾ ਲੈਂਦੀਆਂ ਇੱਥੇ, ਲੇਕਿਨ ਵਾਪਸ ਜਾ ਕੇ ਉਹਨਾਂ ਦਾ ਫਿਰ ਮਾਈਂਡ ਚੇਂਜ ਹੋ ਜਾਂਦਾ ਅਤੇ ਉਹ ਕਹਿੰਦੀਆਂ ਮੈਂ ਤਾਂ ਨਹੀਂ ਸੱਦਣਾ ਹੈਗਾ। ਸੋ ਇੱਦਾਂ ਦੇ ਵੀ ਕੁਝ ਸਿਚੁਏਸ਼ਨਸ ਆਈਆਂ ਦੇਖਣ ਵਿੱਚ। ਹਾਂਜੀ, ਜਨਰੇਸ਼ਨ ਗੈਪ ਦੀ ਗੱਲ ਕਰਦੇ ਹਾਂ ਮੈਮ ਥੋੜ੍ਹੀ ਜਿਹੀ। ਜਨਰੇਸ਼ਨ ਗੈਪ ਜਿੱਦਾਂ ਇੱਥੇ ਵੀ ਬਹੁਤ ਜ਼ਿਆਦਾ ਹੈ, ਹਜੇ ਵੀ ਜਿਹੜੇ ਜੈਸੇ ਟ੍ਰੈਡੀਸ਼ਨਲ
ਜਾਂ ਕਨਵੈਨਸ਼ਨਲ ਸੈਟਅਪ ਨੂੰ ਦੀ ਗੱਲ ਕਰੀਏ ਤਾਂ ਹਜੇ ਵੀ ਇਹਨਾਂ ਚੀਜ਼ਾਂ ਨੂੰ, ਔਰਤਾਂ ਦੀ ਕਈ ਚੀਜ਼ਾਂ ਨੂੰ ਦਬਾ ਕੇ ਰੱਖਣਾ, ਔਰਤਾਂ ਨੂੰ ਘੱਟ ਮੰਨ ਕੇ ਚੱਲਣਾ, ਜੈਂਡਰ ਬਾਇਸ ਹੋਣਾ, ਫੀਮੇਲ ਫਿਟੀਸਾਈਡ ਸਾਰਾ ਕੁਝ ਹੋਣਾ, ਇੱਦਾਂ ਦੀ ਕਾਫੀ ਸਾਰੀਆਂ ਚੀਜ਼ਾਂ ਨੇ ਹਜੇ ਵੀ, ਜਦ ਕਿ ਲਾਅ ਬਣ ਚੁੱਕੇ ਨੇ। ਔਰ ਉਹ ਸੁਪਰੀਮ ਕੋਰਟ ਨੇ ਇੱਕ ਡਿਫਰੈਂਟ ਗੱਲ ਕਹਿਤੀ ਹੈ, ਉਹ ਸਗੋਂ ਇਹ ਕਹਿ ਚੁੱਕੇ ਹੈ ਕਿ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਹੋ। ਸੁਪਰੀਮ ਕੋਰਟ ਨੇ ਇੱਕ ਲਿਵ ਇਨ ਰਿਲੇਸ਼ਨਸ਼ਿਪ ਦੀ ਜਿਹੜੀ ਹੈ ਪਰਮਿਸ਼ਨ ਦਿੱਤੀ ਹੈ ਇੰਡੀਆ ਦੇ ਵਿੱਚ ਵੀ, ਜਿਹੜੀ ਕਿ ਇੱਥੋਂ ਦੇ ਜਿਹੜਾ ਬੇਸਿਕ ਮੋਰਲ ਵੈਲਿਊਜ਼ ਨੇ ਉਹਦੇ ਬਿਲਕੁਲ ਅਗੇਂਸਟ ਹੈਗੀ ਹੈ, ਕਿਉਂਕਿ ਨਾ ਕਰਦੇ ਜਦੋਂ ਲਿਵ ਇਨ ਰਿਲੇਸ਼ਨਸ਼ਿਪ ਦੀ ਆਪਾਂ ਗੱਲ ਕਰਦੇ ਹਾਂ, ਉਹ ਆਊਟ ਆਫ ਦ ਮੈਰਿਜ ਵੀ ਤੁਸੀਂ ਰਹਿ ਸਕਦੇ ਹੋ, ਜਿਹੜਾ ਕਿ ਇੱਥੇ ਖਾਸ ਕਰਕੇ ਇੱਕ ਲਾਅ ਪਾਸ ਹੋਇਆ ਹੈ ਕਿ ਜੇ ਵਿਆਹ ਕਰਵਾਇਆ ਹੈ ਉਹਦੇ ਬਾਵਜੂਦ ਵੀ ਕੋਈ ਵੀ ਹਸਬੈਂਡ ਕਿਸੇ ਔਰਤ ਦੇ ਨਾਲ ਰਿਲੇਸ਼ਨ ਰੱਖ ਸਕਦਾ, ਉਹਦੇ ਨਾਲ ਰਹਿ ਸਕਦਾ। ਜੇ ਜਾਂ ਕੋਈ ਫੀਮੇਲ ਹੈਗੀ ਹੈ, ਕੋਈ ਵਾਈਫ ਹੈਗੀ ਹੈ, ਤਾਂ ਆਊਟ ਆਫ ਦ ਮੈਰਿਜ ਰਿਲੇਸ਼ਨਸ ਰੱਖ ਸਕਦੀ ਹੈ। ਬਟ ਇਟਸ ਵੈਰੀ ਇਟ ਸਾਊਂਡਸ ਆਡ ਬੇਸਿਕਲੀ ਜਦੋਂ ਅਸੀਂ ਟ੍ਰੈਡੀਸ਼ਨਲ ਸੈਟਅਪ ਦੀ ਗੱਲ ਕਰਦੇ ਹਾਂ ਕਿ ਇੱਦਾਂ ਦੇ ਜਿਹੜੇ ਹਾਲਾਤ ਨੇ ਉੱਥੇ ਵੀ ਇੱਦਾਂ ਦੇ ਨੇ, ਜਨਰੇਸ਼ਨ ਗੈਪਸ ਕਈ ਤਰੀਕੇ ਦੇ ਉੱਥੇ ਵੀ ਨੇ, ਕਈ ਕਿਸਮ ਦੇ ਹੈਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਉੱਥੇ ਸਾਡੇ ਇੱਕ ਤਾਂ ਲੀਗਲ ਮੈਰਿਜ ਹੁੰਦੀ ਹੈ ਜਦੋਂ ਤੁਸੀਂ ਕਿਸੇ ਨਾਲ ਵਿਆਹ ਕਰਾ ਕੇ ਪ੍ਰੋਪਰਲੀ ਪੇਪਰ ਵਰਕ ਕਰਦੇ ਆ, ਰਜਿਸਟਰ ਹੁੰਦੀ ਹੈ ਵੈਡਿੰਗ। ਇੱਕ ਦੂਜੀ ਹੈਗੀ ਜਿੱਥੇ ਤੁਸੀਂ ਉਹ ਫਾਰਮੈਲਿਟੀਜ਼ ਨਹੀਂ ਕਰਦੇ, ਲੇਕਿਨ ਤੁਸੀਂ ਇਕੱਠੇ ਰਹਿ ਲੈਂਦੇ ਆ, ਇਕੱਠੇ ਇਨਹੈਬਿਟ ਕਰਦੇ ਆ, ਇਕੱਠੇ ਖਾਣਾ ਖਾਣੇ, ਇੱਕੋ ਘਰ 'ਚ ਰਹਿੰਦੇ, ਲਿਵ ਇਨ ਰਿਲੇਸ਼ਨਸ਼ਿਪ ਆ, ਉਹਨੂੰ ਅਸੀਂ ਕਾਮਨ ਲਾਅ ਮੈਰਿਜ ਕਰ ਦਿੰਦੇ ਹਾਂ। ਔਰ ਕਾਮਨ ਲਾਅ ਮੈਰਿਜ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਹੈ। ਮੈਂ ਤਾਂ ਲਾਇਰ ਨਹੀਂ ਗੀ, ਸੋ ਮੇਰੇ ਕੋਲ ਇਸ ਵੇਲੇ ਜੇ ਤੁਸੀਂ ਮੈਨੂੰ ਪੂਰੀਆਂ ਲਾਜ਼ ਪੁੱਛੋ ਵੀ ਕੀ ਆਈ ਕੈਂਟ, ਲੇਕਿਨ ਜਾਂ ਕਾਮਨ ਲਾਅ ਰਿਲੇਸ਼ਨਸ਼ਿਪਸ ਜਿਹੜੀਆਂ ਦੈਟ ਇਜ਼ ਕੁਆਇਟ ਐਕਸੈਪਟੇਬਲ, ਤੁਸੀਂ ਰਹਿ ਸਕਦੇ ਆ। ਐਂਡ ਬਿਯੋਂਡ ਦੀ ਏਜ ਆਫ ਆਈ ਥਿੰਕ 18 ਔਰ 19 ਤੁਸੀਂ, ਤੁਹਾਨੂੰ ਪੂਰਾ ਹੱਕ ਹੈ, ਤੁਸੀਂ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਬਿਤਾਉਣੀ ਚਾਹੁੰਦੇ ਆ, ਤੁਹਾਨੂੰ ਪੂਰਾ ਹੱਕ ਹੈ ਵੀ ਤੁਸੀਂ ਉਸ ਤਰ੍ਹਾਂ ਜ਼ਿੰਦਗੀ ਬਿਤਾਓ। ਔਰ ਕਈ ਜਣੇ ਉਸ ਚੀਜ਼ ਨੂੰ ਐਕਸੈਪਟ ਕਰਦੇ ਆ, ਕਈ ਜਣੇ ਨਹੀਂ ਐਕਸੈਪਟ ਕਰਦੇ। ਕਈ ਵਾਰ ਜਦੋਂ ਬੱਚੀਆਂ ਜਾਂ ਬੱਚੇ ਜਾ ਕੇ ਵਿਆਹ ਕਰਾ ਲੈਂਦੇ ਆ, ਮਾਂ ਬਾਪ ਕਈ ਵਾਰ ਨਾਰਾਜ਼ ਹੋ ਜਾਂਦੇ ਆ, ਉਹਨਾਂ ਨਾਲ ਬੋਲਣਾ ਚਾਲਣਾ ਛੱਡ ਦਿੰਦੇ ਆ, ਸਪੋਰਟ ਦੇਣੀ ਛੱਡ ਦਿੰਦੇ ਆ। ਇੱਦਾਂ ਦੀਆਂ ਵੀ ਸਿਚੁਏਸ਼ਨਸ ਹੋਈਆਂ। ਕਈ ਮਾਂ ਬਾਪ ਅੱਜ ਕੱਲ੍ਹ ਕਾਫੀ ਚੇਂਜਸ ਆ ਰਹੇ, ਕਈ ਮਾਂ ਬਾਪ ਵੀ ਟਾਈਮ ਦੇ ਨਾਲ ਨਾਲ ਆਪਣੇ ਆਪ ਨੂੰ ਚੇਂਜ ਕਰਦੇ ਆ ਵੀ ਇਹ ਬੱਚੇ ਆ ਇੱਥੋਂ ਦੇ ਜੰਮ ਪਲਿਆ, ਜਿਹੜੀ ਸੁਸਾਇਟੀ 'ਚ ਰਹਿਣਾ, ਉਹਨਾਂ ਨੇ ਜੋ ਦੇਖਣਾ ਆ ਉਹ ਸਿੱਖਣਾ, ਵੀ ਸਾਨੂੰ ਵੀ ਚੇਂਜ ਹੋਣਾ ਚਾਹੀਦਾ ਇਹਨਾਂ ਦੇ ਨਾਲ। ਸੋ ਤੁਸੀਂ ਦੋਨੋਂ ਕਿਸਮ ਦੀਆਂ ਸਿਚੁਏਸ਼ਨਸ ਦੇਖਦੇ ਆ। ਪਰ ਜਿਹੜੀ ਤੁਸੀਂ ਇੱਕ ਹੋਰ ਇਸ਼ੂ ਦੱਸਿਆ ਹੈਗਾ ਜੈਂਡਰ ਫੀਮੇਲ ਫੀਟੀਸਾਈਡ ਜਿਹਨੂੰ ਕਹਿ ਦਿੰਦੇ, ਐਕਚੁਅਲੀ ਮੈਂ ਖੁਦ ਆਪਣੀ ਆਰਗੇਨਾਈਜੇਸ਼ਨ ਦੇ ਬਿਹਾਫ ਦੇ ਉੱਤੇ ਇਸ ਕੈਂਪੇਨ ਨੂੰ 1990 ਲੇਟ 80s ਦੇ ਵਿੱਚ ਸ਼ੁਰੂ ਸੀਗਾ, ਜਦੋਂ ਕਿ ਸਾਡਾ ਇੱਕ ਡਾਕਟਰ US ਵਿੱਚ ਸੀਗਾ, ਬਲੇਨ, ਸਾਡੇ ਵੈਨਕੂਵਰ ਦੇ ਤੋਂ ਦੂਜੇ ਪਾਸੇ US ਦਾ ਬਾਰਡਰ ਜਿਹੜਾ, ਉੱਥੇ ਛੋਟਾ ਜਿਹਾ ਟਾਊਨ ਹੈ ਬਲੇਨ। ਉਹਨੇ ਉੱਥੇ ਕਲੀਨਿਕ ਸੈੱਟ ਕੀਤੀ ਹੋਈ ਸੀਗੀ ਜਿੱਥੇ ਉਹ ਆਪਣੀ ਕਲੀਨਿਕ ਦੇ ਐਡਸ ਜਿਹੜੇ ਆ ਉਹ ਵੈਨਕੂਵਰ ਵਿੱਚ, ਕਿਉਂਕਿ ਬਹੁਤ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਆ, ਇੰਡੀਅਨ ਕਮਿਊਨਿਟੀ ਕਾਫੀ ਤਾਦਾਦ ਵਿੱਚ ਸੀਗੀ, ਉਹਨੇ ਫੁੱਲ ਪੇਜ ਦੇ ਨਿਊਜ਼ਪੇਪਰ ਵਿੱਚ ਐਡ ਕੱਢਨੇ, ਜਿਹਦੇ ਵਿੱਚ ਉਹ ਆਪਣੀ ਸਰਵਿਸਿਜ਼ ਐਡਵਰਟਾਈਜ਼ ਕਰਦਾ ਸੀਗਾ ਕਿ ਤੁਸੀਂ ਪਹਿਲਾਂ 12 ਹਫ਼ਤੇ ਦਾ ਕਹਿੰਦਾ ਹੁੰਦਾ ਸੀ, ਫਿਰ ਉਹ ਹੌਲੀ ਹੌਲੀ 8 ਹਫ਼ਤੇ ਦਾ ਕਹਿਣ ਲੱਗ ਪਿਆ ਬਈ 8 ਹਫ਼ਤੇ ਦੇ ਜੇ ਤੁਸੀਂ ਗਰਭਵਤੀ, ਤੁਸੀਂ ਪ੍ਰੈਗਨੈਂਟ ਆ ਮਤਲਬ ਗਰਭਵਤੀ ਹੁੰਦਾ, ਵੀ ਜੇ ਤੁਸੀਂ 8 ਵੀਕਸ ਦੇ ਵੀ ਪ੍ਰੈਗਨੈਂਸੀ ਹੈਗੀ ਤੁਹਾਡੀ, ਤੁਸੀਂ ਆ ਕੇ ਤਾਂ ਟੈਸਟ ਕਰਵਾ ਸਕਦੇ ਆ ਬਈ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡਾ ਹੋਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ ਹੈ। ਔਰ ਆਪਣੀ ਕਮਿਊਨਿਟੀ 'ਚ ਮੈਨੂੰ ਇਹ ਅਫਸੋਸ ਹੁੰਦਾ ਦੱਸਣ ਵਾਸਤੇ ਵੀ ਅਸੀਂ ਕਾਫੀ ਵੱਡੀ ਤਾਦਾਦ ਦੇ ਵਿੱਚ ਉਸ ਸਰਵਿਸ ਨੂੰ ਜਾ ਕੇ ਟੈਸਟ ਕਰਾਉਣ ਲਈ ਅਸੀਂ ਬਾਰਡਰ ਤੋਂ ਦੂਜੇ ਪਾਸੇ ਜਾ, ਕਿਉਂਕਿ ਕੈਨੇਡਾ ਦੇ ਵਿੱਚ ਰੂਲਸ ਜਿਹੜੇ ਬਹੁਤ ਸਟ੍ਰਿਕਟ ਆ, ਉਹ ਸਰਟਨ ਏਜ ਸਰਟਨ ਪ੍ਰੈਗਨੈਂਸੀ ਦੇ ਮੈਚੋਰਿਟੀ ਦੇ ਹਿਸਾਬ ਨਾਲ ਉਹ ਤੁਹਾਨੂੰ ਦੱਸਦੇ ਨਹੀਂਗੇ ਵੀ ਹੋਣ ਵਾਲੇ ਬੱਚੇ ਦਾ ਕੀ ਸੈਕਸ ਆ। ਉਹ ਇਸੇ ਕਰਕੇ ਤੁਹਾਨੂੰ ਉਸ ਸਟੇਜ ਤੋਂ ਬਾਅਦ ਦੱਸਦੇ ਆ ਜਦੋਂ ਕਿ ਤੁਸੀਂ ਅਬੋਰਸ਼ਨ ਨਹੀਂ ਕਰਵਾ ਸਕਦੇ। ਲੇਕਿਨ US ਦੇ ਵਿੱਚ ਉਹ ਰੂਲਸ ਹੈ ਨਹੀਂ ਗੇ। ਸੋ ਉਹ ਡਾਕਟਰ ਆ ਕੇ ਸਾਡੇ ਕਮਿਊਨਿਟੀ ਦੇ ਵਿੱਚ ਕਰਦਾ ਸੀਗਾ ਐਡਵਰਟਾਈਜ਼। ਤਾਂ ਪਹਿਲਾਂ ਤਾਂ ਸਾਡੀ ਜਥੇਬੰਦੀ ਨੇ ਉਹ ਮਸਲਾ ਉਠਾਇਆ, ਜਿਹੜੇ ਪੇਪਰਸ ਦੇ ਵਿੱਚ ਐਡ ਆਉਂਦੇ ਸੀ ਅਸੀਂ ਪੇਪਰਸ ਨੂੰ ਰਿਕੁਐਸਟ ਕੀਤੀ ਪਹਿਲਾਂ ਫੋਨ ਕਰਕੇ ਵੀ ਤੁਸੀਂ ਇਹ ਐਡਸ ਨਾ ਕੈਰੀ ਕਰੋ, ਵੀ ਇਹ ਔਰਤਾਂ ਦੇ ਖਿਲਾਫ ਤਸ਼ੱਦਦ ਜਿਹੜਾ ਆ ਉਹਨੂੰ ਹੋਰ ਜ਼ਿਆਦਾ ਵਧਾਉਂਦਾ ਹੈ, ਔਰ ਇਹ ਜਿਹੜੀ ਹੈ ਵੀ ਇਹ ਬਹੁਤ ਖਤਰਨਾਕ ਪ੍ਰੈਕਟਿਸ ਹੈ, ਵੀ ਅਸੀਂ ਇਸ ਚੀਜ਼ ਨੂੰ ਕੰਡੈਮ ਕਰਦੇ ਹਾਂ। ਤਾਂ ਲੇਕਿਨ ਨਿਊਜ਼ਪੇਪਰਸ ਨੇ ਸਾਡੀ ਕੋਈ ਗੌਰ ਨਹੀਂ ਕੀਤੀ ਸਾਡੀ ਇਸ਼ੂ ਦੀ। ਫਿਰ ਅਸੀਂ ਉਹਨਾਂ ਨੂੰ ਚਿੱਠੀਆਂ ਲਿਖੀਆਂ,
ਫਿਰ ਅਸੀਂ ਉਹਨਾਂ ਨੇ ਉਹ ਵੀ ਸਾਨੂੰ ਸਗੋਂ ਉਲਟਾ ਅਟੈਕ ਕਰਨ ਲੱਗ ਪਏ, ਜਿਹੜੇ ਅਸੀਂ ਗੱਲ ਕਰਦੇ ਸੀਗੇ ਉਹ ਸਾਡੇ ਉੱਤੇ ਅਟੈਕ ਕਰਨ ਲੱਗ ਪਏ ਨਿਊਜ਼ਪੇਪਰ। ਫਿਰ ਅਸੀਂ ਕੀ ਕੀਤਾ, ਕੁਝ ਹੋਰ ਜਥੇਬੰਦੀਆਂ ਕਮਿਊਨਿਟੀ ਵਿੱਚ ਉਦੋਂ ਤੱਕ ਬਣ ਚੁੱਕੀਆਂ ਸੀਗੀਆਂ ਔਰਤਾਂ ਦੀਆਂ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਇੱਕ ਕੋalition ਬਣਾਈ ਔਰਤਾਂ ਦੀਆਂ ਜਥੇਬੰਦੀਆਂ ਦੀਆਂ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ 4-5 ਆਰਗੇਨਾਈਜੇਸ਼ਨ ਸੀਗੀਆਂ ਆਪਣੀ ਕਮਿਊਨਿਟੀ ਦੀਆਂ, ਸਾਊਥ ਏਸ਼ੀਅਨ ਕਮਿਊਨਿਟੀ ਦੀਆਂ, ਔਰ ਉਸ ਦੇ ਨਾਲ ਨਾਲ ਅਸੀਂ ਜਿਹੜੀਆਂ ਮੇਨ ਸਟਰੀਮ ਔਰ ਸੁਸਾਇਟੀ ਆ ਉਹਨਾਂ ਦੀਆਂ ਵੀ ਜਿਹੜੀਆਂ ਜਥੇਬੰਦੀਆਂ ਸੀ, ਬਿਕਾਜ਼ ਅਸੀਂ ਉਸ ਸੁਸਾਇਟੀ ਵਿੱਚ ਰਹਿੰਦੇ ਹਾਂ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਆਓ ਔਰ ਸਾਡਾ ਸਾਥ ਦਿਓ, ਬਿਕਾਜ਼ ਇਸ ਸੁਸਾਇਟੀ ਜਿਹੜੀ ਸਾਡੀ ਸਾਂਝੀ ਸੁਸਾਇਟੀ ਹੈ, ਜੇ ਕੁਛ ਇਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਸਾਡੀ ਕਮਿਊਨਿਟੀ 'ਚ ਹੋ ਰਹੀ ਆ ਤਾਂ ਸਾਰੀ ਸੁਸਾਇਟੀ ਦੇ ਉੱਤੇ ਫਰਕ ਪੈਂਦਾ। ਸੋ ਮੈਂ ਆਪਣੀ ਆਰਗੇਨਾਈਜੇਸ਼ਨਸ ਦੇ ਬਿਹਾਫ ਦੇ ਉੱਤੇ ਅੱਗੇ ਹੋ ਕੇ ਉਹ ਮਸਲਾ ਚੁੱਕਿਆ ਸੀਗਾ, ਚਿੱਠੀਆਂ ਲਿਖੀਆਂ ਪੇਪਰਸ ਨੂੰ। ਉਹਨਾਂ ਨੇ ਜਦੋਂ ਫਿਰ ਨਹੀਂ ਕੋਈ ਤਵੱਜੋ ਦਿੱਤੀ, ਅਸੀਂ ਪ੍ਰੈਸ ਕਾਨਫਰੰਸਿਸ ਕੀਤੀਆਂ, ਅਤੇ ਇੱਕ ਵਾਰ ਉਹ ਡਾਕਟਰ ਜਿਹੜਾ ਸੀ ਉਹ ਆਇਆ, ਉਹ ਆਪਣੀ ਕਲੀਨਿਕ ਖੋਲ੍ਹਣੀ ਚਾਹੁੰਦਾ ਸੀ ਵੈਨਕੂਵਰ, ਉਹਦੇ ਖਿਲਾਫ ਡੈਮਨਸਟ੍ਰੇਸ਼ਨ ਕੀਤੀ। ਤਾਂ ਡੈਮਨਸਟ੍ਰੇਸ਼ਨ ਦੇ ਵਿੱਚ ਆਦਮੀ ਵੀ ਆਏ ਜਿਹੜੇ ਸਾਨੂੰ ਸਪੋਰਟ ਕਰਦੇ ਸੀ ਕਮਿਊਨਿਟੀ 'ਚੋਂ, ਔਰਤਾਂ ਵੀ ਆਈਆਂ, ਗੋਰੇ ਜਿਹੜੇ ਲੋਕੀ ਸੀਗੇ ਜਿਹੜੇ ਨਹੀਂ ਵੀ ਸੀ ਸਾਡੇ ਕਮਿਊਨਿਟੀ ਤੋਂ ਉਹ ਵੀ ਆਏ ਸਪੋਰਟ ਕਰਨ ਵਾਸਤੇ। ਸੋ ਅਸੀਂ ਉਹ ਕਲੀਨਿਕ ਖੋਲ੍ਹਣ ਤੋਂ ਤਾਂ ਉਹਨੂੰ ਰੁਕਵਾ ਦਿੱਤਾ, ਬਿਕਾਜ਼ ਉੱਥੇ ਇੱਕ ਰੀਪਰੋਡਕਟਿਵ ਕਮਿਸ਼ਨ ਸੀਗਾ ਟੈਕਨੋਲੋਜੀਜ਼ ਦਾ, ਅਤੇ ਉਹ ਹੀਅਰਿੰਗਸ ਕਰ ਰਹੇ ਸੀ ਸਾਰੇ ਕੰਟਰੀ ਦੇ ਵਿੱਚ। ਸੋ ਜਦੋਂ ਵੈਨਕੂਵਰ ਆਏ ਅਤੇ ਡਾਕਟਰ ਉੱਥੇ ਆ ਕੇ ਇਹਨੇ ਪ੍ਰੈਜ਼ੈਂਟ ਆਪਣੀ ਕੀਤੀ ਸੀਗੀ। ਸੋ ਅਸੀਂ ਬਾਹਰ ਡੈਮਨਸਟ੍ਰੇਸ਼ਨ ਕੀਤੀ, ਲੇਕਿਨ ਉਹ ਨਾਲੇ ਸਾਡੇ ਇੱਕ ਮੈਂਬਰ ਉਸ ਵੇਲੇ ਉਹਨੇ ਉੱਥੇ ਪ੍ਰੈਜੈਂਟੇਸ਼ਨ ਵੀ ਦਿੱਤੀ ਸੀ, ਉਹ ਵੀ ਬੋਲੀ ਸੀਗੀ। ਸੋ ਉਹਦਾ ਇਹ ਅਸਰ ਹੋਇਆ ਵੀ ਉਹ ਜਿਹੜਾ ਕਲੀਨਿਕ ਸੀ ਉਹ ਤਾਂ ਨਹੀਂ ਖੋਲ੍ਹ ਸਕਿਆ ਕੈਨੇਡਾ ਦੇ ਵਿੱਚ, ਲੇਕਿਨ ਉਹਦੀ ਕਲੀਨਿਕ ਉੱਥੇ ਤਾਂ ਅਜੇ ਵੀ ਚੱਲਦੀ ਆ। ਕੁਛ ਲੋਕੀ ਜਿਹੜੇ ਜਾਂਦੇ ਅਜੇ ਵੀ ਉੱਥੇ ਜਾਂਦੇ ਆ, ਮਤਲਬ ਕਿ ਇੰਡੀਅਨ ਲੋਕ ਹਜੇ ਵੀ ਫੀਮੇਲ ਫੀਟੀਸਾਈਡ ਨੂੰ ਕਾਫੀ ਜ਼ਿਆਦਾ, ਮਤਲਬ ਆਲ ਕੁੜੀਆਂ ਨੂੰ ਜਾਂਦੇ ਹੋਣਗੇ, ਲੇਕਿਨ ਸਾਡੀ ਕਮਿਊਨਿਟੀ ਵਿੱਚ ਇਹ ਪ੍ਰੈਕਟਿਸ ਜਿਹੜੀ ਅਜੇ ਵੀ ਚੱਲ ਰਹੀ ਹੈ, ਅਫਸੋਸ ਨਾਲ ਕਹਿੰਦੇ ਆ। ਅਸੀਂ ਕਾਫੀ ਕੋਸ਼ਿਸ਼ ਕੀਤੀ, ਉਦੋਂ ਲੀਫਲੈਟਸ ਵੀ ਤਿਆਰ ਕੀਤੀਆਂ, ਉਹ ਵੀ ਵੰਡੀਆਂ ਲੋਕਾਂ, ਅਸੀਂ ਟੀਵੀ ਦੇ ਉੱਤੇ ਰੇਡੀਓ ਦੇ ਉੱਤੇ ਜਾ ਕੇ ਬੋਲੇ ਕਿ ਇਹ ਕਿਉਂ ਨਹੀਂ ਹੋਣੀ ਚਾਹੀਦੀ ਇਸ ਕਿਸਮ ਦੀ ਪ੍ਰੈਕਟਿਸ, ਕਿਹੜੀ ਚੀਜ਼ ਹੈ ਵੀ ਜਿਹੜੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਔਰਤਾਂ ਨਹੀਂ ਕਰ ਸਕਦੀਆਂ। ਵੀ ਤੁਸੀਂ ਜਦੋਂ ਇਸ ਤਰ੍ਹਾਂ ਕਰਦੇ ਆ ਵੀ ਜਿਹੜਾ ਜੇ ਤੁਹਾਡੀ ਹੋਣ ਵਾਲਾ ਬੱਚਾ ਫੀਮੇਲ ਆ ਤਾਂ ਤੁਸੀਂ ਉਹਦਾ ਫਿਟੀਸਾਈਡ ਕਰ ਦਿੰਦੇ ਆ, ਵੀ ਇਸ ਤੋਂ ਵੱਡੀ ਹੋਰ ਡਿਸਕ੍ਰਿਮੀਨੇਸ਼ਨ ਔਰਤਾਂ ਦੇ ਖਿਲਾਫ ਕੀ ਹੋ ਸਕਦੀ ਹੈ। ਸੋ ਅਸੀਂ ਉਹ ਕਾਫੀ ਦੇਰ ਸਾਡਾ ਜਿਹੜਾ ਜਦੋਜਹਿਦ ਚੱਲਦੀ ਰਹੀ। ਪਰਸਨਲੀ ਮੇਰੇ 'ਤੇ ਵੀ ਪੇਪਰਸ ਨੇ ਮੈਨੂੰ ਵੀ ਅਟੈਕ ਕੀਤਾ ਕਾਫੀ, ਬਿਕਾਜ਼ ਮੈਂ ਜ਼ਿਆਦਾ ਬੋਲਦੀ ਸੀਗੀ ਆਪਣੇ ਸਾਰੀ ਆਰਗੇਨਾਈਜੇਸ਼ਨਸ ਦੇ ਬਿਹਾਫ 'ਤੇ। ਹੋਰ ਵੀ ਇੱਕ ਦੋ ਜਾਣਿਆਂ ਨੂੰ ਉਹਨਾਂ ਨੇ ਕਿਹਾ, ਪਰ ਕਿਉਂਕਿ ਮੇਰੇ ਹਸਬੈਂਡ ਉਸ ਵੇਲੇ ਪੋਲੀਟਿਕਸ ਵਿੱਚ ਸੀਗੇ, ਸੋ ਉਹ ਫਿਰ ਜ਼ਿਆਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ। ਉਹ ਜੋੜਨ ਦੀ ਕੋਸ਼ਿਸ਼ ਕਰਦੇ ਸੀ ਵੀ ਇਹਦਾ ਹਸਬੈਂਡ ਪੋਲੀਟਿਕਸ ਵਿੱਚ ਹੈ ਤਾਂ ਕਰਕੇ ਜ਼ਿਆਦਾ ਰੌਲਾ ਪਾਉਂਦੇ। ਪਰ ਅਸੀਂ ਫਿਰ ਇੱਦਾਂ ਕੀਤਾ, ਬਾਏ ਚਾਂਸ ਉੱਥੇ 2 ਇਲੈਕਸ਼ਨਸ ਆਉਣ ਵਾਲੀਆਂ ਸੀਗੀਆਂ, ਅਸੀਂ ਫਿਰ ਦੋਨੋਂ ਫੈਡਰਲ ਗਵਰਨਮੈਂਟ, ਪ੍ਰੋਵਿੰਸ਼ੀਅਲ ਗਵਰਨਮੈਂਟ ਸਾਰਿਆਂ ਨੂੰ ਲਿਖੀਆਂ ਚਿੱਠੀਆਂ, ਔਰ ਉਹਨਾਂ ਨੂੰ ਦੱਸਿਆ ਵੀ ਪੇਪਰਾਂ ਦੇ ਨਾਂ ਲਿਖੇ ਉਹਦੇ ਵਿੱਚ ਵੀ ਆਹ 3 ਪੇਪਰ ਆ ਜਿਹੜੇ ਇਹ ਐਡ ਕੈਰੀ ਕਰਦੇ ਆ ਵੀ ਜਿਹੜਾ ਔਰਤਾਂ ਦੇ ਖਿਲਾਫ ਤਸ਼ੱਦਦ ਫੈਲਾਉਂਦੇ ਆ ਉਹਨਾਂ ਐਡਸ ਦੇ ਥਰੂ, ਅਤੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ। ਔਰ ਆਮ ਤੌਰ 'ਤੇ ਇਲੈਕਸ਼ਨਸ ਵਿੱਚ ਪੇਪਰਾਂ ਨੂੰ ਬਹੁਤ ਐਡਸ ਮਿਲਦੇ ਆ। ਅਸੀਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਗਵਰਨਮੈਂਟ ਨੂੰ ਵੀ ਕੋਈ ਵੀ ਇਹਨਾਂ 3 ਪੇਪਰਾਂ 'ਚ ਐਡ ਨਾ ਪਾਵੇ, ਐਂਡ ਵੀ ਵਰ ਸਕਸੈਸਫੁਲ। ਮੇਰਾ ਖਿਆਲ ਸਾਰੇ ਕੈਂਪੇਨ ਦੇ ਵਿੱਚ 2 ਜਣੇ ਸੀਗੇ ਜਿਹੜੇ ਮੈਨੂੰ ਇਸ ਵੇਲੇ ਯਾਦ ਹੈ, 2 ਜਾਂ ਮੈਕਸੀਮਮ 3 ਹੋਣਗੇ, ਮੇਰੇ ਖਿਆਲ 2 ਹੀ ਸੀਗੇ MPs ਜਾਂ ਜਿਨ੍ਹਾਂ ਨੇ ਉਹ ਆਪਣੇ ਐਡਸ ਪਾਏ ਸੀ ਔਰ ਉਹਨਾਂ ਪੇਪਰਾਂ ਦੇ ਵਿੱਚ। ਲੇਕਿਨ ਅਦਰਵਾਈਜ਼ ਉਹਨਾਂ ਨੂੰ ਬਹੁਤ ਐਡਸ ਮਿਲਦੇ ਹੁੰਦੇ ਇੱਦਾਂ ਦੇ ਟਾਈਮ 'ਤੇ। ਪਾਰਟੀ ਵੱਲੋਂ ਕੋਈ ਜਨਰਲ ਐਡ ਨਹੀਂ ਸੀ ਪਿਆ, ਔਰ ਬਹੁਤ ਜਿਹੜੇ ਬਾਕੀ ਦੇ MLAs MPs ਸੀਗੇ ਉਹਨਾਂ ਨੇ ਕਿਸੇ ਨੇ ਦੋਨਾਂ ਇਲੈਕਸ਼ਨਸ ਦੇ ਵਿੱਚ ਉਹਨਾਂ ਸਾਡੀ ਬਾਈਕਾਟ ਦੀ ਸਪੋਰਟ ਕੀਤੀ ਸੀਗੀ। ਸੋ ਉਹਦੇ ਨਾਲ ਇਹ ਫਾਇਦਾ ਹੋਇਆ ਵੀ ਮੁੜ ਕੇ ਹੌਲੀ ਹੌਲੀ ਪੇਪਰਸ ਪਹਿਲਾਂ ਤਾਂ ਅਟੈਕ ਕੀਤੇ ਸਾਡੇ ਉੱਤੇ ਉਹਨਾਂ ਨੇ, ਲੇਕਿਨ ਫਿਰ ਬਾਅਦ ਵਿੱਚ ਹੌਲੀ ਹੌਲੀ ਆਪੇ ਹੀ ਹਟ ਗਏ ਉਹ ਐਡਸ ਕੈਰੀ ਕਰਨ ਤੋਂ। ਲੇਕਿਨ ਪ੍ਰੈਕਟਿਸ ਅਜੇ ਵੀ ਚੱਲਦੀ। ਵਿਰਲਾ ਕਦੀ ਸਾਡੇ ਦੇਖਣ 'ਚ ਆਉਂਦਾ ਹੈ ਵੀ ਉਹ ਪੇਪਰਸ ਤਾਂ ਨਹੀਂ ਕੋਈ ਵੀ ਕੈਰੀ ਕਰ ਰਿਹਾ, ਲੇਕਿਨ 1-2 ਹੋਰ ਪੇਪਰਸ ਵਿੱਚ ਅਸੀਂ ਦੇਖਿਆ ਉਹ ਐਡ ਕਦੀ ਆ ਜਾਂਦਾ ਹੈ ਅਜੇ ਵੀ। ਮੇਰਾ ਲਾਸਟ ਕੁਐਸਚਨ ਹੈਗਾ ਕਿ ਤੁਸੀਂ
ਇੰਡੀਆ ਦੇ ਨਾਲ ਕਨੈਕਟਡ ਹੋ ਪੂਰੇ ਤਰੀਕੇ ਦੇ ਨਾਲ, ਬਾਰ-ਬਾਰ ਇੱਥੇ ਆਉਂਦੇ ਹੋ, ਕਦੀ ਸਰਦੀਆਂ 'ਚ ਆਉਂਦੇ ਹੋ, ਐਤਕੀ ਗਰਮੀਆਂ ਦੇ ਵਿੱਚ ਆਏ ਹੋ, ਔਰ ਤੁਸੀਂ ਹਮੇਸ਼ਾ ਇੱਥੇ ਆਉਂਦੇ ਹੋ। ਲੌਂਗ ਤੁਹਾਡੀ ਉੱਥੇ ਜਰਨੀ ਹੈਗੀ ਹੈ ਕੈਨੇਡਾ ਦੇ ਵਿੱਚ, ਕਿਉਂਕਿ ਤੁਸੀਂ ਹੁਣ ਉੱਥੇ ਪਰਮਾਨੈਂਟ ਹੋ ਚੁੱਕੇ ਹੋ। ਔਰ ਜੇ ਅਸੀਂ ਗੱਲ ਕਰੀਏ ਸਰ ਦੀ, ਤਾਂ ਦੋਸਾਂਝ ਸਾਹਿਬ ਤਾਂ ਪੂਰੇ ਤਰੀਕੇ ਦੇ ਨਾਲ ਉੱਥੇ ਗਵਰਨਮੈਂਟਸ ਦੇ ਵਿੱਚ, ਸਰਕਾਰਾਂ ਦੇ ਵਿੱਚ ਕੰਮ ਕਰ ਚੁੱਕੇ ਨੇ। ਤੁਹਾਡੀ ਗੱਲ ਕਰੀਏ ਤਾਂ ਤੁਹਾਨੂੰ ਉੱਥੋਂ ਦੀਆਂ ਔਰਤਾਂ ਔਰ ਇੱਥੋਂ ਦੀਆਂ ਔਰਤਾਂ, ਜਦੋਂ ਤੁਸੀਂ ਗਏ ਸੀ 60s ਦੇ ਵਿੱਚ ਕਿਤੇ, ਕੋਈ ਫਰਕ ਨਜ਼ਰ ਆਉਂਦਾ ਹੈ ਕਿ ਹਜੇ ਵੀ ਤੁਸੀਂ 60s ਦੇ ਗਏ ਹੋਏ ਹੋ ਐਂਡ ਤੁਹਾਡੀ ਮਤਲਬ ਤੁਸੀਂ ਇੱਕ ਏਜ ਪਾਰ, ਇੱਕ ਲੰਬੀ ਜਰਨੀ, ਉਹਦੇ ਬਾਵਜੂਦ ਜਿਹੜੀ ਇੱਥੇ ਔਰਤਾਂ ਨੇ ਤੁਹਾਨੂੰ ਹਜੇ ਵੀ ਲੱਗਦੀ ਹੈ ਕਿ ਸ਼ਾਇਦ ਬਹੁਤ ਪਿੱਛੇ ਨੇ, ਕਿਉਂਕਿ ਪੋਲੀਟਿਕਸ ਦੇ ਵਿੱਚ ਵੀ ਬਹੁਤ ਘੱਟ ਨੇ। ਮੈਂ ਪਹਿਲੇ ਵੀ ਗੱਲ ਕਰ ਚੁੱਕੀ ਹਾਂ, ਸਰਪੰਚ ਵੀ ਔਰਤ ਬਣ ਜਾਂਦੀ ਹੈ ਜਾਂ ਐਮਐਲਏ ਵੀ ਬਣ ਜਾਂਦੀ ਹੈ ਤਾਂ ਉਹਦਾ ਹਸਬੈਂਡ ਕੰਮ ਕਰਦਾ ਹੈ, ਉਹ ਖੁਦ ਨਹੀਂ ਅੱਗੇ ਹੋ ਕੇ ਕੰਮ ਕਰਦੀ। ਤੁਹਾਨੂੰ ਕੋਈ ਫਰਕ ਲੱਗਦਾ? ਤੁਸੀਂ ਹਜੇ ਵੀ ਬਾਰ-ਬਾਰ ਆਉਂਦੇ ਹੋ, ਮਿਲਦੇ ਹੋਵੋਗੇ ਇੱਥੇ ਇੰਡੀਆ ਆ ਕੇ ਵੀ ਕਾਫੀ ਲੋਕਾਂ ਨੂੰ, ਉੱਥੇ ਦਾ ਤਾਂ ਤੁਹਾਨੂੰ ਆਲਰੇਡੀ ਪਤਾ ਹੀ ਹੈ। ਵੈਲ, ਮੈਂ ਜਦੋਂ ਵੀ ਆਉਂਦੀ ਮੈਂ ਦੇਖਦੀ ਹਾਂ ਵੀ ਇੱਥੇ ਵੀ ਕਾਫੀ ਪ੍ਰੋਗਰੈਸ ਹੋ ਰਹੀ ਹੈ, ਔਰਤਾਂ ਦੇ ਮਸਲਿਆਂ 'ਤੇ ਵੀ ਹੋ ਰਹੀ ਹੈ। ਜਦੋਂ ਸ਼ਹਿਰਾਂ ਦੇ ਵਿੱਚ ਜਾਈਦਾ ਆ ਤਾਂ ਦੇਖੀਦਾ ਵੀ ਲੜਕੀਆਂ ਪੜ੍ਹ ਰਹੀਆਂ, ਅਲੱਗ-ਅਲੱਗ ਫੀਲਡਸ ਵਿੱਚ ਵੀ ਜਾ ਰਹੀਆਂ, ਜੌਬਸ ਲੈ ਰਹੀਆਂ। ਲੇਕਿਨ ਉਹਦੇ ਨਾਲ ਉੱਥੇ ਜਿਹੜੇ ਅਸੀਂ ਬੈਠੇ ਹੋਏ ਨਾ, ਸਾਡੇ 'ਚੋਂ ਕਈ ਜਾਣੇ, ਔਰ ਇਮੀਗ੍ਰੇਸ਼ਨ ਵੀ ਨਾਲ ਹੋ ਰਹੀ ਹੈ। ਇੱਥੋਂ ਨਵੇਂ ਲੋਕੀ ਜਾ ਰਹੇ ਆ ਕਾਫੀ, ਕਈ ਲੋਕੀ ਤਾਂ ਹਰ ਇੱਕ ਕਿਸਮ ਦੇ ਲੋਕੀ ਆ ਰਹੇ ਅੱਜ ਕੱਲ੍ਹ। ਪਹਿਲੇ ਜ਼ਮਾਨੇ 'ਚ ਇਹ ਸੀਗਾ ਵੀ ਛੋਟੇ ਜਿਹੇ ਦਾਇਰੇ 'ਚੋਂ ਲੋਕੀ ਜਾਂਦੇ ਸੀਗੇ, ਆਪਣੇ ਦੁਆਬੇ 'ਚੋਂ ਜ਼ਿਆਦਾ ਹੁੰਦੇ ਸੀ ਪਹਿਲਾਂ, ਜਾਂ ਕੁਛ ਥੋੜ੍ਹੇ ਜਿਹੇ ਮਾਲਵੇ 'ਚੋਂ ਹੁੰਦੇ ਸੀਗੇ। ਹੌਲੀ ਹੌਲੀ ਉੱਥੇ ਇਹੋ ਹੀ, ਮੈਂ ਇੱਥੇ ਨਹੀਂ ਸੀ ਕਦੀ ਮਾਲਵਾ ਮਾਝਾ ਦਾ ਉਹ ਫਰਕ ਦੇਖਿਆ, ਪਰ ਉੱਥੇ ਕਈ ਇਸ਼ੂਜ਼ ਦੇ ਉੱਤੇ ਇੱਕ ਦੂਜੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਸੀ, ਏਰੀਆਜ਼ ਤੋਂ, ਕਿਹੜੇ ਏਰੀਆਜ਼ ਤੋਂ ਕੋਈ ਆਇਆ, ਕਈ ਕਿਸਮ ਦੀਆਂ ਝਗੜੇ ਦੇਖੇ ਸੀਗੇ। ਲੇਕਿਨ ਮੈਂ ਕੀ ਗੱਲ ਕਰਨ ਲੱਗੀ ਸੀ, ਮੈਨੂੰ ਔਰਤਾਂ ਦੇ ਮਾਮਲੇ ਦੇ ਵਿੱਚ ਕਿ ਉੱਥੇ ਜਿਹੜੇ ਡਿਫਰੈਂਟ ਤਾਂ ਤੁਸੀਂ ਦੇਖਿਆ ਕਿ ਹਾਂਜੀ। ਔਰਤਾਂ ਦੇ ਵਿੱਚ ਗੈਪਸ ਜਿਹੜੇ ਹਾਂ, ਅਤੇ ਲੇਕਿਨ ਅਸੀਂ ਇਹ ਦੇਖਣ ਵਿੱਚ ਆਉਂਦਾ ਵੀ ਕਾਫੀ ਸਾਰੀਆਂ ਚੇਂਜਸ ਉੱਥੇ ਵੀ ਹੋਈਆਂ ਹੁਣ। ਮੈਂ ਜਦੋਂ ਮੈਂ ਗਈ ਸੀਗੀ ਉਦੋਂ ਕਿਸ ਕਿਸਮ ਦਾ ਮਾਹੌਲ ਸੀ ਔਰ ਹੁਣ ਕਿਸ ਕਿਸਮ ਦਾ ਮਾਹੌਲ ਹੈ, ਕਾਫੀ ਚੇਂਜਸ ਆਈਆਂ। ਲੇਕਿਨ ਕੁਛ ਲੋਕੀ ਆ ਜਿਹੜੇ ਅਜੇ ਵੀ ਉਸ ਬੰਦ ਦਾਇਰੇ ਵਿੱਚ ਹੀ ਬੰਦ ਨੇ, ਉਹਨਾਂ ਦੇ ਜਿਹੜੇ ਖਿਆਲ ਆ ਉਹ ਪਿਛਲੀ ਸਦੀ ਦੇ ਵਿੱਚ ਬੈਠੇ ਹੋਏ ਆ, ਔਰ ਉਹਨਾਂ ਨੂੰ ਮੇਰਾ ਖਿਆਲ ਆ ਵੀ ਚੇਂਜ ਕਰਨਾ ਬਹੁਤ ਔਖਾ ਆ, ਕਿਉਂਕਿ ਉਹ ਉੱਥੇ ਹੀ ਬੈਠੇ ਆ। ਕੁੜੀਆਂ ਦੀ ਜਗ੍ਹਾ ਜਿਹੜੀ ਆ ਉਹ ਇੱਥੇ ਹੀ ਆ, ਆਪਣੀਆਂ ਬੱਚੀਆਂ ਜਦੋਂ ਪੈਦਾ ਹੁੰਦੀਆਂ ਆ। ਅਜੇ ਮੈਂ ਇੱਥੇ ਆਉਣ ਤੋਂ 2 ਹਫ਼ਤੇ ਪਹਿਲਾਂ ਮੈਨੂੰ ਫੋਨ ਆਇਆ ਸੀਗਾ ਇੱਕ ਸ਼ੈਲਟਰ ਦੇ ਵਿੱਚੋਂ, ਜਿੱਥੇ ਇੱਕ ਔਰਤ ਆਈ ਹੋਈ ਸੀ ਜਿਹਦੀਆਂ 2nd ਲੜਕੀ ਹੋਈ ਸੀਗੀ। ਲੜਕੀ ਹੁੰਦਿਆਂ ਹੀ ਆਦਮੀ ਪਹਿਲਾਂ ਤਾਂ ਉਹਨੂੰ ਦੇਖਣ ਨਹੀਂ ਗਿਆ ਹੌਸਪੀਟਲ, ਉਹਦਾ ਫਾਦਰ ਲੜਕੀ ਬੱਚੀ ਦਾ, ਔਰ ਫਿਰ ਜਦੋਂ ਉਹਨੂੰ ਕਿਹਾ ਵੀ ਮੈਨੇ ਘਰ ਜਾਣਾ ਸੀਗਾ, ਉਹਨੂੰ ਕਿਹਾ ਵੀ ਲੈ ਆ, ਉਹ ਆਈ ਹੈ ਤਾਂ ਸਾਰਾ ਰਸਤਾ ਹੌਸਪੀਟਲ ਤੋਂ ਘਰ ਆਉਣ ਤੱਕ ਉਹਨੇ ਵਾਈਫ ਨਾਲ ਨਹੀਂ ਗੱਲ ਕੀਤੀ। ਤਾਂ ਮੁੜ ਕੇ ਆ ਕੇ ਪਾਰਕ ਕਰਕੇ ਕਾਰ ਆਪ ਅੰਦਰ ਵੜ ਗਿਆ ਘਰ ਦੇ, ਤਾਂ ਉਹ ਕਹਿੰਦੀ ਵੀ ਮੇਰੇ ਨਾਲ ਹੈਲਪ ਕਰਾ, ਬੱਚੇ ਨੂੰ ਚੁੱਕਣਾ, ਉਹਦੇ ਚੀਜ਼ਾਂ 1-2 ਜਿਹੜੇ ਕੱਪੜੇ ਕੁਪੜੇ ਵੀ ਹੈਲਪ ਕਰਾ। ਉਹਨੂੰ ਕਹਿੰਦਾ ਤੂੰ ਲੈ ਜਾ ਆਪੇ, ਇਹਨੂੰ ਬਾਹਰ ਹੀ ਛੱਡ ਦੇ ਤੂੰ ਬੇਸ਼ੱਕ। ਸੋ ਮਤਲਬ ਇਸ ਕਿਸਮ ਦੇ ਹਾਲਾਤ ਸੀਗੇ, ਔਰ ਨਾਲ ਉਹਨੂੰ ਗਾਲ ਗਲੋਚੀ। ਮੈਨੂੰ ਤਾਂ ਸ਼ਰਮ ਆਉਂਦੀ ਹੈ ਬਾਹਰ ਜਾਂਦਿਆਂ, ਮੈਂ ਕਿਸੇ ਨੂੰ ਕਿੱਦਾਂ ਦੱਸਾਂ ਅੱਜ ਦੇ ਜ਼ਮਾਨੇ ਦੇ ਵਿੱਚ, ਕੈਨੇਡਾ 'ਚ ਬੈਠ ਕੇ, ਕੈਨੇਡਾ ਦੇ ਵਿੱਚ ਬੈਠੇ ਹੋਏ। ਇਹ ਮੇਰੇ ਨਾਲ ਅਜੇ 3 ਹਫ਼ਤੇ ਹੋਇਆ ਇਹ ਕੇਸ ਸੀਗਾ। ਸੋ ਕੁਛ ਲੋਕੀ ਆ ਉਹ ਉਸੇ ਜਗ੍ਹਾ ਬੈਠੇ ਹੋਏ ਆ, ਉਹਨਾਂ ਦੇ ਦਿਮਾਗ ਜਿਹੜੇ ਆ ਉਹ, ਔਰ ਯੰਗ ਕਪਲ ਆ, ਕੋਈ ਇਹ ਨਹੀਂ ਵੀ 70 ਸਾਲ ਦਾ ਕੋਈ ਪੁਰਾਣਾ ਬੰਦਾ ਆ ਵੀ ਜਿਹਨੂੰ ਨਹੀਂ ਪਤਾ, ਪਰ ਉਹਨੂੰ ਇਹੀ ਆਪਣੀ ਵਾਈਫ ਨੂੰ ਕਹੀ ਜਾਂਦਾ ਸੀਗਾ ਵੀ ਮੈਨੂੰ ਤਾਂ ਸ਼ਰਮ ਆਉਂਦੀ ਜਾਂਦਿਆਂ ਵੀ 2 ਕੁੜੀਆਂ, ਮੇਰਾ ਤਾਂ ਵੰਸ਼ ਖਤਮ ਹੋ ਗਿਆ, ਯੂ ਨੋ। ਸੋ ਕੁਛ ਬੰਦੇ ਇੱਦਾਂ ਦੇ ਆ, ਸਾਡਾ ਬਹੁਤ ਸਾਰਾ ਕੰਮ ਅਜੇ ਪਿਆ ਆ ਅੱਗੇ ਕਰਨ ਵਾਸਤੇ, ਕਈਆਂ ਦੇ ਮਾਈਂਡ ਸੈਟ ਚੇਂਜ ਕਰਨ ਵਾਸਤੇ। ਅਸੀਂ ਇਸੇ ਕਰਕੇ ਅਸੀਂ ਆਪਣੀ ਬੇਸਿਕਲੀ ਆਵਾਜ਼ ਬੁਲੰਦ ਕਰਦੇ ਰਹੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਹੈ ਮਾੜੀਆਂ ਆ, ਤੁਹਾਨੂੰ ਚੇਂਜ ਹੋਣਾ ਚਾਹੀਦਾ। ਤੁਹਾਨੂੰ ਆਪਣੇ ਬੱਚਿਆਂ ਦਾ ਦੇਖਣਾ ਚਾਹੀਦਾ ਆ ਵੀ ਉਹਨਾਂ ਦੀਆਂ ਵੀ ਜਿਹੜੀਆਂ ਫੀਲਿੰਗਸ ਆ, ਬੈਠ ਕੇ ਉਹਨਾਂ ਨਾਲ ਗੱਲ ਕਰੋ, ਨਾ ਕਿ ਉਹਨਾਂ ਦੇ ਉੱਤੇ ਤਸ਼ੱਦਦ ਕਰੋ, ਭਾਵੇਂ ਉਹ ਯੰਗ ਕੁੜੀਆਂ ਆ, ਭਾਵੇਂ ਉਹ ਤੁਹਾਡੀਆਂ ਵਾਈਫਸ ਆ ਓਲਡਰ, ਕਿਉਂਕਿ ਜਿੱਦਾਂ ਦਾ ਮਾਹੌਲ ਘਰ ਦੇ ਵਿੱਚ ਹੈ ਨਾ, ਉਹਦਾ ਅਸਰ ਬੱਚਿਆਂ 'ਤੇ ਪੈਣਾ।
ਤੁਹਾਡੀ ਅੱਗੇ ਜਨਰੇਸ਼ਨ ਨੇ ਉਹੀ ਚੀਜ਼ਾਂ ਸਿੱਖਣੀਆਂ। ਵੈਸੇ ਤਾਂ ਕਿਹਾ ਜਾਂਦਾ ਹੈ ਮੈਮ ਕਿ ਘਰ ਦੀ ਜੇ ਔਰਤ ਪੜ੍ਹੀ ਲਿਖੀ ਹੋਵੇ ਔਰ ਸੂਝਵਾਨ ਹੋਵੇ ਔਰ ਖਾਸ ਕਰਕੇ ਜੇ ਉਹ ਬਾਹਰ ਜਾਣ ਜਾਂ ਕੰਮਕਾਜ ਦੇ ਲਈ ਕਾਫੀ ਉਹ ਕੋਸ਼ਿਸ਼ ਕਰ ਸਕਦੀ ਹੋਵੇ ਜਾਂ ਵਧੀਆ ਹੋਵੇ ਤਾਂ ਡੈਫੀਨੇਟਲੀ ਸਾਰਾ ਪਰਿਵਾਰ ਤਰ ਜਾਂਦਾ ਹੈ। ਜੇ ਔਰਤ ਘਰ ਦੀ ਔਰਤ ਜਿਹੜੀ ਹੈਗੀ ਹੈ, ਜਿਹਨੂੰ ਆਪਾਂ ਸੁਆਣੀ ਕਹਿੰਦੇ ਹਾਂ, ਅੱਜ ਘਰ ਦੀ ਸੁਆਣੀ ਜਿਹੜੀ ਹੈਗੀ ਹੈ ਉਹ ਸਿਆਣੀ ਨਾ ਹੋਵੇ ਤਾਂ ਡੈਫੀਨੇਟਲੀ ਸਾਰਾ ਪਰਿਵਾਰ ਜਿਹੜਾ ਉਹ ਕਿਤੇ ਅਟਕ ਕੇ ਰਹਿ ਜਾਂਦਾ। ਇਹ ਗੱਲਾਂ ਕਹੀਆਂ ਜਾਂਦੀਆਂ, ਪਰ ਤੁਹਾਡੇ ਔਰ ਸ਼ਾਇਦ ਬੀਇੰਗ ਅ ਜਰਨਲਿਸਟ ਮੀ ਆਲਸੋ ਆਈ ਐਮ ਆਲਸੋ ਫੀਮੇਲ, ਮੈਂ ਵੀ ਇੱਕ ਔਰਤ ਹੈਗੀ ਹਾਂ ਅਤੇ ਅਸੀਂ ਲੋਕ ਉਹ ਔਰਤਾਂ 'ਚ ਸ਼ਾਇਦ ਗਿਣੀਆਂ ਜਾਂਦੀਆਂ ਜਿਹੜੀਆਂ ਕਿ ਸਮਾਜ ਦੇ ਵਿੱਚ ਵੱਖ ਹੋ ਕੇ ਖੜਾ ਅਤੇ ਆਪਣੀ ਹੀ ਕਮਿਊਨਿਟੀ ਦੇ ਲੋਕ ਈਵਨ ਬॉयਜ਼ ਦੇ ਲਈ ਵੀ, ਮੇਲਸ ਦੇ ਲਈ ਵੀ ਅਸੀਂ ਆਵਾਜ਼ ਚੁੱਕਣਾ ਚਾਹੁੰਦੀਆਂ ਵੀ ਹਾਂ ਔਰ ਸ਼ਾਇਦ ਕਿਤੇ ਖੜੀਆਂ ਵੀ ਹੁੰਦੀਆਂ। ਯੂਰ ਲਾਸਟ ਵਰਡ ਪਲੀਜ਼। ਵੈਲ ਆਲ ਆਈ ਵਿਲ ਸੇ ਇਜ਼ ਵਨ ਥਿੰਗ, ਜਿੱਦਣ ਮੈਂ ਇੰਡੀਆ ਛੱਡ ਕੇ ਕੈਨੇਡਾ ਗਈ ਹਾਂ ਨਾ, ਤਾਂ ਮੈਨੂੰ ਇੱਕ ਚੀਜ਼ ਮੇਰੇ ਕੰਮ ਵਿੱਚ ਆਈ ਆ, ਉਹ ਸੀਗੀ ਮੇਰੀ ਐਜੂਕੇਸ਼ਨ। ਮੈਂ ਇੰਡੀਆ ਤੋਂ ਕੈਨੇਡਾ $7 ਆਪਣੀ ਜੇਬ ਵਿੱਚ ਲੈ ਕੇ ਗਈ ਸੀ। ਉਸ ਤੋਂ ਇਲਾਵਾ ਮੈਂ ਆਪਣੇ ਮਾਂ-ਬਾਪ ਨੂੰ ਨਹੀਂ ਕਿਹਾ ਵੀ ਮੈਨੂੰ ਹੋਰ ਪੈਸੇ ਭੇਜੋ। ਸ਼ੁਰੂ ਵਿੱਚ ਥੋੜ੍ਹੇ ਜਿਹੇ 2-3 ਮਹੀਨੇ ਮੈਂ ਮੇਰੇ ਡੈਡੀ ਦੇ ਕਜ਼ਨ ਉੱਥੇ ਰਹਿੰਦੇ ਸੀ, ਮੈਂ ਉਹਨਾਂ ਕੋਲ ਰਹੀ। ਖਾਣਾ ਖੁਣਾ ਉੱਥੇ ਮਿਲ ਜਾਂਦਾ ਸੀ, ਰਹਿਣ ਦੀ ਜਗ੍ਹਾ ਉੱਥੇ ਸੀਗੀ। ਹੌਲੀ ਹੌਲੀ ਜਿੱਦਾਂ ਮੈਂ ਥੋੜ੍ਹੀ ਇੰਡੀਪੈਂਡੈਂਟ ਹੋਈ, ਮੈਂ ਮੂਵ ਆਊਟ ਹੋ ਗਈ, ਮੈਂ ਆਪਣੇ ਆਪ ਰਹਿਣ ਲੱਗ ਪਈ। ਔਰ ਜਿਹੜੀ ਚੀਜ਼ ਮੇਰੇ ਕੰਮ ਆਈ ਉਹ ਸੀਗੀ ਮੇਰੀ ਐਜੂਕੇਸ਼ਨ, ਸਿੱਖਿਆ। ਮੈਂ ਹਰ ਇੱਕ ਮਾਂ ਬਾਪ ਨੂੰ ਇਹ ਕਹੂੰਗੀ, ਆਪਣੇ ਬੱਚਿਆਂ ਦੇ ਉੱਤੇ ਡਾਉਰੀ ਨਾ ਇਕੱਠੇ ਕਰੀ ਜਾਓ, ਉਹਨਾਂ ਲਈ ਕੱਪੜੇ ਲੀੜੇ ਦਹੇਜ ਨਾ ਇਕੱਠਾ ਕਰੋ। ਉਹਨੂੰ ਪੜ੍ਹਾਓ, ਉਹਨੂੰ ਲਿਖਾਓ, ਉਹਨੂੰ ਦੱਸੋ ਕਿ ਤੂੰ ਖੜੀ ਹੋ ਕੇ ਆਪਣੇ ਹੱਕ ਮੰਗ ਔਰ ਤਕੜੀ ਬਣ, ਤੈਨੂੰ ਡਰ ਕੇ ਰਹਿਣ ਦੀ ਲੋੜ ਨਹੀਂ। ਜੇ ਕੋਈ ਜਾਣਾ ਦਹੇਜ ਮੰਗਦਾ ਉਹਨੂੰ ਕਹੋ ਵੀ ਛੁੱਟੀ ਕਰੋ, ਲੜਕੀ ਪੜ੍ਹਾ ਦਿੱਤੀ ਆ, ਇਹੀ ਸਭ ਤੋਂ ਵੱਡਾ ਸਾਡਾ ਦਹੇਜ ਆ। ਔਰ ਉਹ ਪੜ੍ਹਾਈ, ਮੇਰੇ ਫਾਦਰ ਨੇ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਅਸੀਂ, ਉਦੋਂ ਤਾਂ ਸਾਨੂੰ ਇੰਨੀ ਸਮਝ ਨਹੀਂ ਸੀ ਲੱਗਦੀ ਉਹ ਗੱਲ, ਪਰ ਓਵਰ ਦ ਈਅਰਸ ਐਕਸਪੀਰੀਅੰਸ ਨਾਲ ਉਹੀ ਚੀਜ਼ ਸਾਡੇ ਕੰਮ ਆਈ। ਉਹ ਕਹਿੰਦੇ ਹੁੰਦੇ ਸੀਗੇ, ਬੇਟੇ ਸਭ ਤੋਂ ਵੱਡਾ ਤੁਹਾਡਾ ਗਹਿਣਾ ਜਿਹੜਾ ਆ ਨਾ ਉਹ ਹੈਗਾ ਐਜੂਕੇਸ਼ਨ। ਤੁਹਾਡੇ ਕੋਲ ਸੋਨਾ ਚਾਂਦੀ ਪੈਸਾ ਅੱਜ ਹੋਊਗਾ, ਕੱਲ੍ਹ ਨੂੰ ਗਵਾਚ ਸਕਦਾ, ਲੇਕਿਨ ਜੇ ਤੁਸੀਂ ਇੱਕ ਵਾਰ ਪੜ੍ਹ ਜਾਓਗੇ, ਲਿਖ ਜਾਓਗੇ ਤਾਂ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕੋਗੇ। ਪੜ੍ਹਾਈ ਹਮੇਸ਼ਾ ਵੱਧਦੀ ਰਹਿੰਦੀ ਹੈ। ਸੋ ਆਪਣੀਆਂ ਬੱਚੀਆਂ ਨੂੰ ਪੜ੍ਹਾਓ ਲਿਖਾਓ, ਉਹਨਾਂ ਨੂੰ ਪੈਰਾਂ 'ਤੇ ਖੜੇ ਹੋਣਾ ਸਿਖਾਓ। ਆਪਣੇ ਬੱਚੇ ਜਿਹੜੇ ਮੁੰਡੇ ਆ ਉਹਨਾਂ ਨੂੰ ਇਹ ਸਿਖਾਓ ਵੀ ਇੱਜ਼ਤ ਕਰੋ। ਜੇ ਤੁਸੀਂ ਉਹਨਾਂ ਨੂੰ ਔਰਤ ਦੀ ਇੱਜ਼ਤ ਕਰਨੀ ਸਿਖਾਓਗੇ ਤਾਂ ਉਹ ਤਾਂ ਹੀ ਸਿਖਾ ਸਕਦੇ ਜੇ ਤੁਸੀਂ ਖੁਦ ਔਰਤ ਦੀ ਇੱਜ਼ਤ ਕਰੋਗੇ ਘਰ ਦੇ ਵਿੱਚ। ਥੈਂਕ ਯੂ ਸੋ ਮਚ ਮੈਮ, ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਔਰ ਤੁਸੀਂ ਇਸ ਵਾਰ ਆਏ ਔਰ ਸਾਡੀ ਮੁਲਾਕਾਤ ਖਾਸ ਕਰਕੇ ਤੁਹਾਡੇ ਨਾਲ ਹੋਈ, ਸਾਨੂੰ ਬਹੁਤ ਚੰਗਾ ਲੱਗਿਆ। ਥੈਂਕ ਯੂ ਸੋ ਮਚ। ਥੈਂਕ ਯੂ। ਠੀਕ ਹੈ ਜੀ। ਇਹ ਸਾਡੇ ਨਾਲ ਸੀਗੇ ਮੈਡਮ ਰਮਿੰਦਰ ਕੌਰ। ਬਹੁਤ ਹੀ ਪਿਆਰੇ ਜਿਹੇ ਇਨਸਾਨ ਨੇ, ਬਹੁਤ ਹੀ ਸਿੰਪਲ ਪਰ ਬਹੁਤ ਹੀ ਇੰਟੈਲੈਕਚੁਅਲ ਨੇ। ਬੜਾ ਪਿਆਰਾ ਕੰਬੀਨੇਸ਼ਨ ਹੈਗਾ। ਇੰਨੇ ਫੈਡਰਲ ਮਿਨਿਸਟਰ ਰਹਿ ਚੁੱਕੇ ਨੇ ਇਹਨਾਂ ਦੇ ਹਸਬੈਂਡ ਔਰ ਇਹਨਾਂ 'ਚ ਇੰਨੀ ਸਿੰਪਲਿਸਿਟੀ ਹੈ। ਔਰ ਮੈਨੂੰ ਵੀ ਇਹ ਪਤਾ ਲੱਗਿਆ ਪਿਛਲੇ ਕੁਛ ਦਿਨਾਂ 'ਚ, ਕਿਉਂਕਿ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਤਾਂ ਕਹਿੰਦੇ ਮੈਂ ਘਰ ਆਪਣੀ ਕੁਕਿੰਗ ਖੁਦ ਕਰਦੀ ਹਾਂ, ਰੋਟੀ ਬਣਾਉਂਦੀ ਹਾਂ ਮੈਂ ਖੁਦ। ਫੈਡਰਲ ਮਿਨਿਸਟਰ ਦੇ ਵਾਈਫ ਰੋਟੀ ਬਣਾਉਂਦੇ ਆ ਉੱਥੇ। ਇੱਥੋਂ ਦੇ ਦੇਖਿਆ ਜਾਏ ਤਾਂ ਦੇਖੋ ਤਾਂ ਸਹੀ, ਨਿੱਕੇ ਮੋਟੇ ਕਿਸੇ ਸਰਪੰਚ ਬਣ ਜੇ ਨਾ ਤਾਂ ਪਿੱਛੇ ਕਹਿੰਦੇ ਜੀ ਸਾਨੂੰ ਹੁਣ ਘਰ 'ਚ ਕੰਮ ਇਹ ਚਾਹੀਦੇ ਆ। CM ਜਾਂ ਫਿਰ PM ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਬਹੁਤ ਵਧੀਆ ਲੱਗਿਆ। ਇਹਨਾਂ ਨੇ ਔਰਤਾਂ ਦੇ ਹੱਕਾਂ ਦੇ ਵਿੱਚ ਉੱਥੇ ਵੀ ਹਾਂ ਦਾ ਨਾਰਾ ਮਾਰ ਰਹੇ ਨੇ ਔਰ ਸੰਦੇਸ਼ ਦਿੱਤਾ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ, ਚਾਹੇ ਕੁੜੀ ਹੋਵੇ ਜਾਂ ਮੁੰਡਾ ਹੋਵੇ, ਉਹਨਾਂ ਨੂੰ ਪੜ੍ਹਾਓ ਲਿਖਾਓ ਔਰ ਸਿੱਖਿਆ ਹੀ ਸਭ ਤੋਂ ਜ਼ਿਆਦਾ ਵੱਡਾ ਗਹਿਣਾ ਹੈ। ਸਾਡੀ ਅੱਜ ਉਹਨਾਂ ਨਾਲ ਮੁਲਾਕਾਤ ਸੀ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की
होगी बात। अब D5 चैनल हिंदी भी होगा सर। D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।